कोई रसना वांझी ना रहे। आओ सारे आखिए जी सतनाम श्री वाहेगुरु जी। करो सारे कृपा। सतनाम श्री वाहेगुरु जी। ਸਾਹਿਬ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਜਿਵੇਂ ਅਸੀਂ ਪਹਿਲਾ ਸ਼ਬਦ ਦੇ ਅੱਖਰੀ ਅਰਥ ਦੇਖਦੇ ਹਾਂ, ਫਿਰ ਉਸ ਦੇ ਭਾਵ ਅਰਥ ਵਿਆਖਿਆ ਦੇ ਨਾਲ ਆਪਾਂ ਜੁੜਦੇ ਹਾਂ। ਸਭ ਤੋਂ ਪਹਿਲਾਂ ਅੱਖਰੀ ਅਰਥ ਸ਼ਬਦ ਦੇ ਫਰੀਦਾ, ਇਹ ਆਪਾਂ ਹਰ ਵਾਰੀ ਜ਼ਿਕਰ ਕਰਦੇ ਹਾਂ। ਫਰੀਦਾ ਦਾ ਮਤਲਬ ਬਾਬਾ ਫਰੀਦ ਸਾਹਿਬ ਜੀ। ਫਰੀਦਾ ਜਾਂ ਦਾ ਮਤਲਬ ਜਦੋਂ। ਖੱਟਣ ਦਾ ਮਤਲਬ ਹੈ ਖੱਟੀ ਖੱਟਣ ਦਾ ਸਮਾਂ ਹੈ, ਜਦੋਂ ਕੁਝ ਕਰਨ ਦਾ ਟਾਈਮ ਹੈ, ਜਦੋਂ ਕੁਝ ਕਰਨ ਦੀ ਸਮਰੱਥਾ ਹੈ, ਜਦੋਂ ਕੋਈ ਇਹ ਖੱਟੀ ਖੱਟਣ ਦਾ ਸਮਾਂ ਹੈ। ਫਰੀਦਾ ਜਾਂ ਤੋਂ ਖੱਟਣ, ਵੇਲ ਮੈਨੇ ਸਮਾਂ, ਖੱਟੀ ਖੱਟਣ ਦਾ ਸਮਾਂ ਵੇਲਾ ਸੀ। ਉਦੋਂ ਕੀ ਕੀਤਾ? ਤਾਂ ਤੂੰ ਉਸ ਵੇਲੇ ਤੂੰ ਰੱਤਾ ਦੁਨੀ ਸਿਓ, ਰੱਤਾ ਮੈਨੇ ਮਸਤ ਹੋਇਆ। ਉਸ ਵੇਲੇ ਤੂੰ ਦੁਨੀਆਦਾਰੀ ਵਿੱਚ ਮਸਤ ਹੋ ਗਿਆ ਸੀ। ਜਦੋਂ ਕੁਝ ਖੱਟੀ ਖੱਟਣ ਦਾ ਟਾਈਮ ਸੀ, ਵੇਲਾ ਸੀ, ਵਕਤ ਸੀ, ਉਦੋਂ ਤੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਦੁਨੀਆਦਾਰੀ ਵਿੱਚ ਮਸਤ ਹੋ ਗਿਆ ਤੂੰ। ਉਦੋਂ ਫਰੀਦਾ ਜਾ ਤੋਂ ਖੱਟਣ ਵੇਲ ਤਾਤੂ ਰੱਤਾ ਦੁਨੀ ਸਿਓ, ਖੱਟੀ ਖੱਟਣ ਦਾ ਸਮਾਂ ਸੀ, ਟਾਈਮ ਸੀ, ਵੇਲਾ ਸੀ, ਤੂੰ ਦੁਨੀਆ 'ਚ ਮਸਤ ਰਿਹਾ। ਪਰ ਜਿਹੜੀ ਮੌਤ ਸੀ ਉਹ ਸਮਾਂ ਆਉਂਦਾ ਗਿਆ। ਮਰਗ ਮੈਨੇ ਮੌਤ। ਸਵਾਈ ਸ਼ਬਦ ਜਿਹੜਾ ਨਾ ਗੁਰਮੁਖੋ, ਇਹ ਅਸੀਂ ਬੋਲੀ ਵਿੱਚ ਤਾਂ ਬਹੁਤ ਬੋਲਦੇ, ਪਰ ਸਾਨੂੰ ਇਹਦੇ ਅਰਥਾਂ ਦਾ ਨਹੀਂ ਪਤਾ। ਅਸੀਂ ਹਰ ਚੀਜ਼ ਨੂੰ ਕਹਿੰਦੇ, ਜਦੋਂ ਕੋਈ ਪ੍ਰਸ਼ਾਦ ਦੇਣ ਲੱਗੇ, ਪ੍ਰਸ਼ਾਦਾ ਦੇਣ ਲੱਗੇ, ਦਾਲ ਸਬਜ਼ੀ ਪਾਉਣ ਲੱਗੇ, ਆਪਾਂ ਕਹਿੰਦੇ ਬਾਬਾ ਜੀ ਸਵਾਈ ਕਰ। ਸਵਾਈ ਦਾ ਅਰਥ ਥੋੜਾ ਨਹੀਂ ਹੁੰਦਾ, ਸਵਾਈ ਦਾ ਅਰਥ ਬਹੁਤਾ ਹੁੰਦਾ ਹੈ। ਕਿਉਂਕਿ ਸਾਨੂੰ ਉਹਦਾ ਪਤਾ ਨਾ ਹੋਣ ਕਰਕੇ ਤਾਂ ਅਸੀਂ ਬੋਲਦੇ ਨੇ ਨਾ ਸ਼ਬਦ। ਆਪਾਂ ਕਹਿੰਦੇ ਸਵਾਈ ਕ ਦੇਗ। ਸਵਾਈ ਦਾ ਮਤਲਬ ਵੀ ਖੁੱਲਾ ਗੱਪਾ ਦਿਓ ਜੀ, ਪਰ ਆਪਣੇ ਵੱਲੋਂ ਆਪਾਂ ਕਹਿੰਦੇ ਥੋੜਾ। ਸਵਾਈ ਦਾ ਅਰਥ ਥੋੜਾ ਨਹੀਂ ਹੁੰਦਾ, ਸਵਾਈ ਦਾ ਅਰਥ ਹੈ ਬਹੁਤ ਜ਼ਿਆਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਮੌਤ ਵੱਧਦੀ ਜਾ ਰਹੀ, ਕਿਉਂਕਿ ਇਹਦਾ ਅਰਥ ਜ਼ਿਆਦਾ ਹੈ ਨਾ, ਇਸ ਕਰਕੇ ਵੱਧਦੀ ਜਾ ਰਹੀ ਹੈ। ਮੌਤ ਦਾ ਸਮਾਂ ਉਹ ਵੱਧ ਰਿਹਾ ਹੈ। ਮਰਗ ਸਵਾਈ ਨੀਂਹ ਦਾ ਮਤਲਬ ਨੀਂਹ, ਜਿਵੇਂ ਆਪਾਂ ਕਹਿੰਦੇ ਕਿ ਮਕਾਨ ਦੀ ਨੀਂਹ ਰੱਖੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੌਤ ਦਾ ਸਮਾਂ ਜਿਹੜਾ ਹੈ ਨਾ ਉਹ ਵੱਧਦਾ ਜਾ ਰਿਹਾ, ਨੀਂਹ ਪੱਕੀ ਹੁੰਦੀ ਜਾ ਰਹੀ ਹੈ। ਮੌਤ ਰੂਪੀ ਨੀਂਹ ਪੱਕੀ ਹੋ ਰਹੀ ਹੈ। ਮਰਗ ਸਵਾਈ ਨੀਂਹ ਜਾਂ ਭਰਿਆ ਤਾਂ ਲੱਦਿਆ। ਜਦੋਂ ਸਵਾਸ ਪੂਰੀ ਹੋ ਗਏ, ਭਰਿਆ ਦਾ ਮਤਲਬ ਸਾਰੇ ਖਤਮ ਹੋ ਗਏ। ਉਹ ਜਿਹੜੇ ਮਿਲੇ ਹੋਏ ਸਨ, ਫਿਰ ਇਹ ਜੀਵ ਤੁਰ ਗਿਆ ਸੰਸਾਰ ਤੋਂ। ਇਉਂ ਕਹਿ ਲਓ ਕਿ ਲੱਦ ਕੇ ਤੋੜ ਦਿੱਤਾ ਸੌਖਾ, ਜਾਂ ਸਮਝ ਲਓ ਜਦੋਂ ਟਰੱਕ ਵਾਲੇ ਵੀਰਾਂ ਨੂੰ ਪਤਾ ਵੀ ਜਦੋਂ ਕਹਿੰਦੇ ਨਾ ਲੋਡ ਮਿਲ ਗਿਆ, ਫਿਰ ਕਹਿੰਦੇ ਹੁਣ ਖਲੋਣਾ ਕਾਹਦੇ ਵਾਸਤੇ, ਤੁਰ ਹੋਣਗੇ। ਜਿੰਨਾ ਚਿਰ ਨਹੀਂ ਮਿਲਦਾ 10 ਘੰਟੇ ਲੱਗੇ, 12 ਲੱਗੇ, 2 ਦਿਨ ਵੀ ਕਈ ਵਾਰ ਲੱਗ ਜਾਂਦੇ। ਕਈ ਕਹਿੰਦੇ 2-2 4-4 ਦਿਨ ਹੋ ਗਏ ਬਾਬਾ ਜੀ ਬੈਠਿਆਂ, ਲੋਡ ਹੀ ਨਹੀਂ ਮਿਲਿਆ। ਤੇ ਜਦੋਂ ਮਿਲਦਾ ਹੈ ਫਿਰ ਦੜੰਗੀਆਂ ਮਾਰਦੇ, ਕਹਿੰਦੇ ਮਿਲ ਗਿਆ ਹੁਣ ਤੁਹਾਡਾ ਖਲੋਣਾ ਹੈ। ਇਹਦਾ ਮਤਲਬ ਇਹ ਹੋ ਗਿਆ ਜਦੋਂ ਮਿਲ ਗਿਆ। ਜਾਂ ਇਉਂ ਕਹਿ ਲਓ, ਆਪਾਂ ਸਾਰੇ ਜਾਣਦੇ ਹਾਂ ਵੀ ਆਪਾਂ ਕਹਿੰਦੇ ਸੀ ਵੀ ਹੁਣ ਗੱਡਾ ਜਿਹੜਾ ਨਾ ਇਹਦੇ ਤੇ ਅਸੀਂ ਭਾਰ ਲੱਦ ਦਿੱਤਾ ਹੈ, ਚਾਹੇ ਪੱਠੇ ਹੋਣ, ਚਾਹੇ ਤੂੜੀ ਹੋਵੇ, ਚਾਹੇ ਕੋਈ ਹੋਰ ਸਮਾਨ ਹੋਵੇ। ਆਪਾਂ ਕਹਿੰਦੇ ਗੱਡਾ ਅਸੀਂ ਲੱਦਿਆ ਗਿਆ। ਜਦੋਂ ਲੱਦਿਆ ਗਿਆ ਫਿਰ ਕਹਿੰਦੇ ਹੁਣ ਰੋਕਣਾ ਕਾਹਦੇ ਵਾਸਤੇ ਹੈ, ਕੋਈ ਨੂੰ ਹੁਣ ਕੇ ਤੋੜ ਦਿਓ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਇਹ ਸਵਾਸ ਰੂਪੀ ਭਾਂਡਾ ਜਿਹੜਾ ਪਰਮਾਤਮਾ ਨੇ ਦਿੱਤੇ ਸੀ, ਸਵਾਸ ਜਦੋਂ ਪੂਰੇ ਹੋ ਗਏ, ਫਿਰ ਰੱਖਣਾ ਕਿਸੇ ਨੇ, ਫਿਰ ਕਹਿੰਦੇ ਤੋੜ ਦਿਓ ਇਹਨੂੰ, ਇਹਦਾ ਸਮਾਂ ਪੂਰਾ ਹੋ ਗਿਆ। ਅਰਥ ਇਹ ਹੋ ਗਏ ਕਿ ਜਦੋਂ ਖੱਟੀ ਖੱਟਣ ਦਾ ਸਮਾਂ ਸੀ, ਟਾਈਮ ਸੀ, ਵੇਲਾ ਸੀ, ਉਦੋਂ ਦੁਨੀਆ ਵਿੱਚ ਤੂੰ ਮਸਤ ਰਿਹਾ। ਤੇ ਇਸ ਦੁਨੀਆ ਵਿੱਚ ਮਸਤ ਰਹਿੰਦਿਆਂ ਸਮਾਂ ਆਪਣੀ ਚਾਲੇ ਚੱਲੀ ਗਿਆ। ਉਹ ਮੌਤ ਵਾਲਾ ਸਮਾਂ ਨੇੜੇ ਆਉਂਦਾ ਗਿਆ। ਇੱਕ ਦਿਨ ਸਵਾਸ ਪੂਰੇ ਹੋਏ, ਤੈਨੂੰ ਇਸ ਸੰਸਾਰ ਤੋਂ ਤੋੜ ਦਿੱਤਾ। ਇਹਦੇ ਅੱਖਰੀ ਅਰਥ ਹੋ ਗਏ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖਾਂਗੇ ਕਿਹੜੀ ਖੱਟੀ ਖੱਟਣ ਦਾ ਜ਼ਿਕਰ ਹੋ ਰਿਹਾ, ਕਿਹਦੇ ਵਿੱਚ ਮਸਤ ਹੈ ਜੀਵ, ਤੇ ਜਦੋਂ ਭਰਿਆ ਗਿਆ ਉਦੋਂ ਤੁਰ ਜਾਣਾ ਹੈ। ਇਹ ਅੱਜ ਦਾ ਆਪਣਾ ਪ੍ਰਕਰਨ ਹੋਏਗਾ ਸ਼ਬਦ। ਮੈਂ ਤਾਂ ਕਹਿ ਦਿੰਦਾ ਹੁੰਦਾ ਤਾਂ ਕਿ ਜਦੋਂ ਅਸੀਂ ਕਥਾ ਸੁਣਨੀ ਹੈ ਜਾਂ ਦਾਸ ਨੇ ਕਰਨੀ ਹੈ, ਤੇ ਸਾਡੇ ਦਿਮਾਗ ਵਿੱਚ ਚੱਲੇ ਵੀ ਅੱਜ ਕਿਹੜੀ ਗੱਲ ਚੱਲਣੀ ਹੈ, ਅੱਜ ਵਿਸ਼ਾ ਕੀ ਹੋਏਗਾ, ਪ੍ਰਕਰਨ ਕੀ ਹੋਏਗਾ ਕਥਾ ਦਾ। ਉਹ ਮੈਂ ਤਾਂ ਸ਼ੁਰੂ 'ਚ ਦੱਸ ਦੇਣਾ ਹੈ। ਇੱਕ ਤੇ ਆਪਾਂ ਇਹ ਦੇਖਣਾ ਵੀ ਸਮਾਂ ਵੇਲਾ ਜਿਹੜਾ ਬਾਬਾ ਫਰੀਦ ਸਾਹਿਬ ਕਹਿ ਰਹੇ, ਤੇ ਦੂਜਾ ਖੱਟੀ ਖੱਟਣ ਦਾ ਸਮਾਂ ਸੀ। ਅਸੀਂ ਕੀ ਕਰਦੇ ਰਹੇ ਤੇ ਕਰਨਾ ਅਸੀਂ ਕੀ ਸੀ। ਜਦੋਂ ਭਰਿਆ ਗਿਆ ਉਦੋਂ ਤੋੜ ਦਿੱਤਾ ਜੀਵਨ ਨੂੰ। ਇਹਦੇ ਤੇ ਆਪਣੀ ਅੱਜ ਸਾਰੀ ਕਥਾ ਹੋਏਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੇਖੀਏ
ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਇਹ ਦੇਖਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ, ਸਾਨੂੰ ਜਿਹੜਾ ਮਨੁੱਖਾ ਜੀਵਨ ਮਿਲ ਗਿਆ। ਕਿਉਂਕਿ ਜੇ ਸਰੀਰ ਹੀ ਨਾ ਹੁੰਦਾ ਤੇ ਖੱਟੀ ਕਿੱਥੋਂ ਖੱਟਣੀ ਸੀ ਅਸੀਂ, ਮੰਦੇ ਚੰਗੇ ਕਰਮ ਕਹਿ ਲਓ ਕਿੱਥੋਂ ਹੋਣੇ ਸੀ। ਜੇ ਸਰੀਰ ਹੀ ਨਾ ਹੁੰਦਾ ਤੇ ਇਹਦਾ ਮਤਲਬ ਸਭ ਤੋਂ ਪਹਿਲਾਂ ਸਰੀਰ ਮਿਲਿਆ ਪਰਮਾਤਮਾ ਨੇ ਦਿੱਤਾ, ਵਾਹਿਗੁਰੂ ਪਰਮੇਸ਼ਰ ਨੇ। ਜਿਹੜਾ ਸ਼ਬਦ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਪੜ੍ਹਦੇ ਹਾਂ, ਗੁਰਮੁਖੋ ਸੋਦਰ ਦਾ ਪਾਠ ਕਰਦੇ ਹਾਂ, ਉਹਦੇ 'ਚ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਉਹੁਰੀਆ। ਦਿਉਹੁਰੀਆ ਦਾ ਮਤਲਬ ਦੇ। ਭਈ ਪ੍ਰਾਪਤ ਮਾਨੁਖ ਦਿਉਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਮਤਲਬ ਹੋ ਗਿਆ ਵੀ ਜਿਹੜਾ ਟਾਈਮ ਸਮਾਂ ਮਿਲਿਆ ਹੁਣ ਸਾਨੂੰ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਤਾਂ ਤੂੰ ਰੱਤਾ ਦੁਨੀ ਸਿਓ। ਜਿਹੜਾ ਦੁਨੀਆ 'ਚ ਰੱਤਾ ਸੀ ਉਹਨੂੰ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਵਾਸਤੇ ਤੂੰ ਸੰਸਾਰ ਉੱਤੇ ਆਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਨੇ ਕਿਰਪਾ ਕੀਤੀ, ਦੁਰਲਭ ਸਾਨੂੰ ਜਨਮ ਮਿਲਿਆ, ਵਾਹਿਗੁਰੂ ਨੇ ਦਿੱਤਾ ਪਰਮੇਸ਼ਰ ਨੇ। ਕਬੀਰ ਮਾਨਸ ਜਨਮ ਦੁਰਲਭ ਹੈ। ਮੈਂ ਤਾਂ ਬੇਨਤੀ ਕਰਨ ਲੱਗਾ ਪਹਿਲਾਂ ਸਰੀਰ ਤੋਂ ਗੱਲ ਸ਼ੁਰੂ ਕਰੀਏ। ਸਰੀਰ ਮਿਲਿਆ ਤਾਂ ਗੱਲ ਬਾਅਦ ਵਿੱਚ ਸਾਰੀ ਸ਼ੁਰੂ ਹੋਣੀ ਸੀ ਨਾ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ 12 ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ ਹੈ, ਜਾਂ ਭਰਿਆ ਤਾਂ ਲੱਦਿਆ। ਬਨ ਫਲ ਪਾਕੇ ਭੋਏ ਗਿਰਹਿ, ਜਦੋਂ ਉਹ ਜਿਹੜਾ ਦਰਖਤ ਨਾਲ ਲੱਗਾ ਹੋਇਆ ਫਲ ਸੀ ਪੱਕ ਗਿਆ, ਜ਼ਮੀਨ ਤੇ ਡਿੱਗ ਪਿਆ, ਬੌਰ ਨਾ ਲੱਗ ਗਿਆ, ਬਾਹਰ ਉਹਦੇ ਨਾਲ ਦੁਬਾਰਾ ਥੋੜਾ ਜੁੜ ਸਕਦਾ ਹੈ। ਹਾਂ ਇਉਂ ਕਹਿ ਲਓ ਉਹ ਫਲ ਜ਼ਮੀਨ ਤੇ ਡਿੱਗਿਆ, ਉਹ ਡਿੱਗਣ ਤੋਂ ਬਾਅਦ ਬੀਜ ਧਰਤੀ ਵਿੱਚ ਫਿਰ ਰਹਿ ਗਿਆ, ਬੂਟਾ ਨਵਾਂ ਤਾਂ ਹੋ ਸਕਦਾ ਹੈ ਪਰ ਉਹ ਫਲ ਟਾਹਣੀ ਨਾਲ ਨਹੀਂ ਜੁੜ ਸਕਦਾ। ਬੜਾ ਗਹਿਰਾ ਸ਼ਬਦ ਹੈ। ਬੂਟਾ ਤੇ ਦੁਬਾਰਾ ਨਵੇਂ ਸਿਰੇ ਹੋ ਸਕਦਾ ਹੈ, ਜਨਮ ਤੇ ਦੁਬਾਰਾ ਆ ਸਕਦਾ ਹੈ। ਉਹ ਪਤਾ ਨਹੀਂ ਕਿਹੜਾ ਮਿਲੇ ਕਿਹੜਾ ਨਾ ਮਿਲੇ ਤਾਂ ਵਾਹਿਗੁਰੂ ਜਾਣਦਾ ਨਾ। ਦੁਬਾਰਾ ਆ ਤਾਂ ਸਕਦੇ ਆ ਸੰਸਾਰ ਵਿੱਚ, ਪਰ ਇਹ ਜਿਹੜਾ ਜਨਮ ਇੱਕ ਵਾਰ ਮਿਲ ਗਿਆ, ਜਦੋਂ ਇਹਦੇ ਸਵਾਸ ਪੂਰੇ ਹੋ ਕੇ ਮੁੱਕ ਜਾਂਦੇ ਆ, ਇਹਨੂੰ ਦੁਬਾਰਾ ਕੋਈ ਜਿੰਦਾ ਨਹੀਂ ਕਰ ਸਕਦਾ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਖੱਟੀ ਖੱਟਣ ਦਾ ਟਾਈਮ ਹੈ। ਮਹਾਰਾਜ ਕਹਿੰਦੇ ਵੇਲਾ ਹੈ ਬੰਦਿਆ ਤੇਰੇ ਕੋਲੇ, ਪਰ ਤੂੰ ਇਸ ਖੱਟੀ ਨੂੰ ਖੱਟ ਨਹੀਂ ਰਿਹਾ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਆਹ ਖੱਟੀ ਖੱਟਣੀ ਜਿਹੜੀ ਮਹਾਰਾਜ ਕਹਿ ਰਹੇ ਬਾਬਾ ਫਰੀਦ ਸਾਹਿਬ ਜੀ, ਜਾ ਤੋਂ ਖੱਟਣ ਵੇਲ। ਖੱਟਣ ਵੇਲ ਸੀ ਨਾ, ਉਦੋਂ ਕੀ ਕਰਨਾ ਸੀ ਭਲਾ ਸੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ, ਰੈਣ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਮੋਲਕ ਜੀਵਨ ਪਰਮਾਤਮਾ ਨੇ ਦਿੱਤਾ, ਹੀਰਿਆਂ ਵਰਗਾ, ਕੌਡੀਆਂ ਦੇ ਭਾਅ ਜੀਵਨੇ ਨੂੰ ਤੋੜ ਦਿੱਤਾ। ਭਾਵ ਕਿ ਇਹਦਾ ਕੋਈ ਮੁੱਲ, ਜੀਵਨੇ ਦੀ ਕਦਰ ਹੀ ਕੋਈ ਨਹੀਂ ਪਾਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਦੋਂ ਅਸੀਂ ਦੇਖਦੇ ਹਾਂ ਤੇ ਮਹਾਰਾਜ ਕਹਿੰਦੇ ਨੇ ਸਭ ਤੋਂ ਪਹਿਲਾਂ ਕਿ ਪਰਮਾਤਮਾ ਨੇ ਮਨੁੱਖਾ ਦੇਹੀ ਜਿਹੜਾ ਸਰੀਰ ਦਿੱਤਾ ਹੈ, ਇਹ ਖੱਟੀ ਖੱਟਣ ਦਾ ਸਮਾਂ ਸੀ, ਟਾਈਮ ਸੀ। ਖੱਟੀ ਕਿਹੜੀ ਖੱਟਣ ਦਾ ਜ਼ਿਕਰ ਬਾਬਾ ਫਰੀਦ ਸਾਹਿਬ ਕਰ ਰਹੇ ਨੇ। ਗੁਰਮੁਖੋ ਦੇਖੋ, ਅਸੀਂ ਸਾਰੇ ਭਾਵੇਂ ਇੱਥੇ ਆ ਤੇ ਭਾਵੇਂ ਇੰਡੀਆ ਵਿੱਚ ਹੋਈਏ, ਜਦੋਂ ਬੰਦਾ ਕਿਸੇ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦਾ ਨਾ, ਉਹਦਾ ਮਕਸਦ ਕੇਵਲ ਇੱਕ ਹੁੰਦਾ ਹੈ, ਲਾਭ। ਫਿਰ ਮੇਰੀ ਬੇਨਤੀ ਸਮਝੋ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਮਤਲਬ ਸਿਰਫ ਲਾਭ ਹੁੰਦਾ ਹੈ। ਇਹਦਾ ਹੋਰ ਤਾਂ ਕੋਈ ਮਤਲਬ ਨਹੀਂ ਨਾ। ਜੇ ਅਸੀਂ ਇੰਡੀਆ ਤੋਂ ਇੱਥੇ ਆਏ ਆ ਤੇ ਕਾਹਦੇ ਵਾਸਤੇ ਭਲਾ ਆਏ ਆ? ਪੈਸੇ ਕਮਾਉਣ ਹੀ ਆਏ ਆ ਨਾ। ਜੇ ਇਹ ਕੁਝ ਉੱਥੇ ਮਿਲੀ ਜਾਂਦਾ ਤਾਂ ਇੱਥੇ ਕਿਹਨੇ ਆਉਣਾ ਸੀ? ਸਿੱਧੀ ਗੱਲ ਮੈਂ ਕਹਿ ਰਿਹਾ, ਅਸੀਂ ਵੀ ਉਹਦੇ ਵਿੱਚ ਹੀ ਆਉਣੇ ਆ। ਜੇ ਮੰਨ ਲਓ ਉੱਥੇ ਸਾਰਾ ਕੁਝ ਚੱਲੀ ਜਾਵੇ ਤੇ ਇੱਥੇ ਆ ਕੇ ਕੀ ਕਰਨਾ ਹੈ? ਇਹਦਾ ਮਤਲਬ ਬੰਦਾ ਕਹਿੰਦਾ ਉੱਥੇ ਗੁਜ਼ਾਰਾ ਨਹੀਂ। ਜਿੱਥੇ ਗੁਜ਼ਾਰਾ ਨਹੀਂ, ਬੰਦਾ ਉੱਥੋਂ ਤੁਰਦਾ ਵੀ ਕਿੱਥੇ ਜਾਵਾਂ ਜਿੱਥੇ ਗੁਜ਼ਾਰਾ ਹੋ ਜਾਏ, 4 ਪੈਸੇ ਵੱਧ ਮਿਲ ਜਾਣ। ਫਿਰ ਬੰਦਾ ਕਹਿੰਦਾ ਵੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ, ਜਾਂ ਇਉਂ ਕਹਿ ਲਓ ਸ਼ੁਰੂਆਤ ਬੰਦਾ ਪਹਿਲਾਂ ਕਰਦਾ ਵੀ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਮੈਂ ਚਲਿਆ ਜਾਵਾਂ। ਜਾਂ ਕਈ ਵਾਰ ਆਪਾਂ ਦੇਖਦੇ ਹਾਂ ਵੀ ਇੱਕ ਪਿੰਡ 'ਚ ਉੱਠਦੇ ਆਪਾਂ ਤੇ ਦੂਸਰਿਆਂ ਪਿੰਡਾਂ 'ਚ ਜਾ ਕੇ ਆਪਾਂ ਜ਼ਮੀਨ ਉੱਥੇ ਲੈ ਲੈਂਦੇ ਹਾਂ। ਤੁਸੀਂ ਬਹੁਤ ਦੇਖੇ ਹੋਣਗੇ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜ਼ਮੀਨ। ਪੰਜਾਬ ਵਾਲਿਆਂ ਨੇ ਯੂਪੀ ਵਿੱਚ ਬਹੁਤ ਜ਼ਮੀਨਾਂ ਲਈਆਂ ਨੇ। ਉਹਦਾ ਮਤਲਬ ਕੀ ਸੀ? ਮਤਲਬ ਇਹ ਸੀ ਵੀ ਇੱਥੇ ਉਨੀ ਕਮਾਈ ਨਹੀਂ ਹੋ ਰਹੀ, ਉੱਥੇ ਜ਼ਮੀਨ ਸਸਤੀ ਹੈ, ਕਮਾਈ ਵੱਧ ਹੋ ਜਾਏਗੀ। ਮਤਲਬ ਸਿਰਫ ਇੰਨਾ ਹੀ ਹੈ ਨਾ। ਕਮਾਈ ਮੈਂ ਬਾਹਰੀ ਤੌਰ ਤੇ ਥੋੜੇ ਜਿਹੇ ਪ੍ਰਮਾਣ ਦੇ ਲੱਗਿਆ, ਗੱਲ ਸਮਝ ਆ ਜਾਊ ਵੀ ਖੱਟੀ ਖੱਟਣ ਦਾ ਕੀ ਮਤਲਬ ਹੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣੇ, ਉਹਦਾ ਮਤਲਬ ਹੈ ਕਿ ਕਮਾਈ ਹੋ ਜਾਏ। ਤੇ ਮੰਨ ਲਓ ਬੰਦੇ ਨੇ ਘਰ-ਬਾਰ ਵੀ ਛੱਡਿਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵੀ ਚਲਿਆ ਗਿਆ, ਦਿਨ ਰਾਤ ਮਿਹਨਤ ਵੀ ਪੂਰੀ ਕੀਤੀ, ਪਰ ਜਿਸ ਵਾਸਤੇ ਆਇਆ ਸੀ ਉਹ ਕੰਮ ਹੋਏ ਨਾ ਤੇ ਵਾਪਸ ਫਿਰ ਉੱਥੇ ਹੀ ਆ ਜਾਏ ਤੇ ਲੋਕੀ ਭਲਾ ਕੀ ਕਹਿੰਦੇ ਆ? ਕਹਿੰਦੇ ਕੀ ਫਾਇਦਾ ਹੋਇਆ ਜੇ ਵੀ ਖੱਜਲ ਖਵਾਰੀ ਕਰਨੀ ਸੀ, ਇੱਥੇ ਬੈਠਾ ਰਹਿਣਾ। ਆਮ ਲੋਕੀ ਕਹਿੰਦੇ ਆ ਵੀ ਜੇ ਇਹ ਖੱਜਲ ਖਵਾਰ ਹੋ ਕੇ ਉਹੀ ਕੁਝ ਰਹਿਣਾ ਸੀ ਤੇ ਫਿਰ ਕਾਹਦੇ ਵਾਸਤੇ ਪਿੰਡ ਵੀ ਛੱਡਿਆ, ਜ਼ਮੀਨ ਵੀ ਵੇਚੀ, ਦੂਜੀ ਜਗ੍ਹਾ ਤੇ ਵੀ ਚਲਿਆ ਗਿਆ, ਜੇ ਲਾਭ ਕੋਈ ਨਹੀਂ ਸੀ ਹੋਣਾ, ਕਰਨਾ ਕੁਝ ਨਹੀਂ ਤੇ ਇੱਥੇ ਬੈਠਾ ਰਹਿੰਦਾ। ਫਿਰ ਇੱਕ ਹੋਰ ਗੱਲ ਦੇ ਦਿਆਂ ਨਾਲ ਉਦਾਹਰਨ। ਮੰਨ ਲਓ ਇੱਥੇ ਅਸੀਂ
ਨੌਜਵਾਨ ਆਉਂਦੇ, ਚਾਹੇ ਉਹ ਡਰਾਈਵਰੀ ਕਿੱਤੇ ਵਿੱਚ ਆਉਂਦੇ, ਚਾਹੇ ਪੜ੍ਹਨ ਵਾਸਤੇ ਸਟੂਡੈਂਟ ਆਉਂਦੇ। ਮੈਂ ਥੋੜੇ ਜਿਹੇ ਤਾਂ ਪ੍ਰਮਾਣ ਦੇ ਰਿਹਾ ਵੀ ਗੱਲ ਸੌਖੀ ਪਕੜ 'ਚ ਆ ਜਾਏਗੀ ਜੋ ਮੈਂ ਕਹਿਣਾ ਚਾਹੁੰਦਾ। ਮੰਨ ਲਓ ਇੱਥੋਂ ਮਾਂ-ਬਾਪ ਨੇ ਪੈਸੇ ਲਾ ਕੇ ਭੇਜਿਆ, ਕਿਸੇ ਨੇ 40 ਲੱਖ ਦਿੱਤਾ, ਕਿਸੇ ਨੇ 50 ਲੱਖ ਦਿੱਤੇ, ਜਿਹੜੇ ਅਸੀਂ ਦੂਜੀ ਤਰੀਕੇ ਨਾਲ ਆਉਣੇ ਆ। ਜੇ ਬੱਚਿਆਂ ਦੀ ਗੱਲ ਕਰੀਏ ਪੜ੍ਹਾਈ ਤੌਰ ਤੇ ਉਹ ਵੀ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ। ਮਾਂ-ਬਾਪ ਜ਼ਮੀਨਾਂ ਵੇਚਦੇ ਆ, ਕਰਜ਼ਾ ਚੁੱਕਦੇ ਆ, ਬਹੁਤ ਕੁਝ ਕਰਦੇ ਆ, ਬੱਚੇ ਨੂੰ ਭੇਜ ਦਿੰਦੇ ਆ। ਮੰਨ ਲਓ ਬੱਚਾ 2 ਸਾਲਾਂ ਬਾਅਦ ਵਾਪਸ ਜਾਵੇ ਇੰਡੀਆ ਤੇ ਮਾਂ-ਬਾਪ ਪੁੱਛਣ ਵੀ ਪੁੱਤ ਜਿਹੜੇ ਕੰਮ ਵਾਸਤੇ ਗਿਆ ਸੀ ਹੋ ਗਿਆ ਨਾ ਪੂਰਾ, ਤੇ ਉਹ ਜਾ ਕੇ ਇਹ ਕਵੇ ਨਹੀਂ ਮੈਂ ਤਾਂ ਕੁਝ ਵੀ ਨਹੀਂ ਕਰਕੇ ਜਿਹੋ ਜਿਹਾ ਗਿਆ ਹੋ ਜਿਹਾ ਹੀ ਵਾਪਸ ਆ ਗਿਆ। ਤੇ ਮਾਂ-ਬਾਪ ਕਹਿਣਗੇ ਪੁੱਤ ਫਿਰ ਪੈਸਾ ਵੀ ਰੋੜ ਆਇਆ ਤੇ ਪੱਲੇ ਵੀ ਕੱਖ ਨਹੀਂ ਪਿਆ। ਕਿਉਂ ਗਿਆ ਸੀ? ਫਿਰ ਪੈਸਾ ਵੀ ਬਰਬਾਦ ਕਰ ਆਇਆ, ਪੱਲੇ ਵੀ ਕੱਖ ਨਹੀਂ ਪਿਆ, ਤੇ ਅਸੀਂ ਵੀ ਖੱਜਲ ਖੁਆਰ ਵੱਖਰੇ ਹੁੰਦੇ ਰਹੇ, ਅਰਦਾਸਾਂ ਗੁਰਦੁਆਰੇ ਜਾ ਜਾ ਕੇ ਅਸੀਂ ਕਰਾਉਂਦੇ ਰਹੇ। ਪੁੱਤ ਜੇ ਇਹੀ ਕੁਝ ਕਰਨਾ ਸੀ ਤੇ ਫਿਰ ਕਿਉਂ ਇੰਨਾ ਕੁਝ ਕੀਤਾ, ਕਿਉਂ ਪੈਸੇ ਬਰਬਾਦ ਕੀਤੇ, ਤੂੰ ਇੱਥੇ ਹੀ ਰਹਿ ਲਓ। ਇਸੇ ਤਰ੍ਹਾਂ ਜਿਹੜੇ ਨੌਜਵਾਨ ਇੱਥੇ ਆਏ, ਮਤਲਬ 40-50 ਲੱਖ ਰੁਪਈਆ ਲਾ ਕੇ ਅਸੀਂ ਆਏ, ਤੇ ਜੇ ਇੱਥੇ ਆ ਕੇ ਕੁਝ ਖੱਟੀ ਕਮਾਈ ਨਹੀਂ ਕੀਤੀ ਤੇ ਪਿੱਛੋਂ ਮਾਂ-ਬਾਪ ਤੇ ਇਹੀ ਕਹਿਣਗੇ ਨਾ ਪੈਸੇ ਖੂਹ 'ਚ ਪਾਤੇ ਰੋੜ ਦਿੱਤੇ। ਮੈਂ ਤਾਂ ਕਹਿ ਰਿਹਾ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੌਖੀ ਪਕੜ 'ਚ ਆ ਜਾਏਗੀ। ਇਹਨੂੰ ਹੁਣ ਲੈਣਾ ਅਸੀਂ ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ, ਜਾਂ ਤਾਂ ਖੱਟਣ ਵੇਲ। ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਵੀ ਆ, ਬਾਕੀ ਦੀਆਂ ਜੂਨਾਂ 'ਚ ਤੇ ਕੁਝ ਨਹੀਂ ਸੀ ਹੋਣਾ ਤੇਰੇ ਕੋਲ। ਸੂਰ, ਕੁੱਤਾ, ਬਿੱਲਾ, ਘੋੜਾ ਆਦਿਕ ਜੋ ਵੀ ਹੈ ਬਾਣੀ ਕਹਿੰਦੀ ਹੈ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਰਨ ਕੀ ਬਰੀਆ, ਚਰਨ ਕਾਲੇ ਦੇਸ ਜਰੀਆ, ਕਈ ਜਨਮ ਸੈਰ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਮਹਾਰਾਜ ਕਹਿੰਦੇ ਕਿੰਨਾ ਕੁਝ ਘੁੰਮ ਘੁਮਾ ਕੇ, ਕਦੀ ਦਰਖਤ ਬਣ ਗਿਆ, ਕਦੀ ਪਹਾੜ ਬਣ ਗਿਆ, ਕਦੀ ਮੱਛੀ ਬਣ ਗਿਆ, ਕਦੀ ਸੱਪ ਬਣ ਗਿਆ, ਕਦੀ ਸੂਰ ਬਣ ਗਿਆ, ਕਦੀ ਕੁੱਤਾ ਬਿੱਲਾ, ਜੋ ਕੁਝ ਵੀ ਬਣ ਕੇ ਆਏ ਆ ਉਹਦੇ ਬਣਨ ਤੋਂ ਬਾਅਦ ਮਹਾਰਾਜ ਕਹਿੰਦੇ ਆਹ ਟਾਈਮ ਤੈਨੂੰ ਦਿੱਤਾ ਮਨੁੱਖਾ ਜੀਵਨ ਦਾ, ਖੱਟੀ ਖੱਟਣ ਦਾ, ਜਾ ਜਾ ਕੇ ਖੱਟ। ਪਰਮਾਤਮਾ ਨੇ ਭੇਜਿਆ ਸਾਨੂੰ, ਅਸੀਂ ਖੱਟੀ ਖੱਟਣ ਆਏ, ਤੇ ਜੇ ਸਾਰਾ ਕੁਝ ਹੀ ਇੱਥੇ ਰੋੜ ਕੇ ਚਲੇ ਗਏ, ਸਵਾਸ ਵੀ ਵਰਤ ਲਿਆ ਪਰਮਾਤਮਾ ਦੇ, ਉਹਦੇ ਨਾਲ ਕੀਤਾ ਵੀ ਕੁਝ ਨਾ, ਤੇ ਫਿਰ ਪਰਮਾਤਮਾ ਵਾਹਿਗੁਰੂ ਤੇ ਆਖੇਗਾ ਨਾ ਵੀ ਜਿਹੜੇ ਕੰਮ ਵਾਸਤੇ ਗਿਆ ਸੀ ਤੂੰ ਕਰਕੇ ਨਹੀਂ ਆਇਆ, ਫਿਰ ਨਹੀਂ ਕਰਕੇ ਆਇਆ ਤੇ ਜਿੱਥੋਂ 84 ਪਹਿਲਾਂ ਭੋਗ ਕੇ ਆਇਆ ਫਿਰ ਚੱਲ ਜਾ, ਉੱਧਰ ਹੀ ਤੁਰਿਆ ਫਿਰ, ਉੱਥੇ ਤੁਰਿਆ ਫਿਰ ਕੱਢ ਲਾ ਗੇੜੇ ਲੰਮੇ ਕੱਢਣੇ ਜਿੰਨੇ। ਮੇਰਾ ਕਹਿਣ ਤੋਂ ਭਾਵ ਹੈ, ਅਸੀਂ ਜਦੋਂ ਇਸ ਸ਼ਲੋਕ ਨੂੰ ਦੇਖਦੇ ਜੋ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ, ਤੁਕ ਤੇ ਭਾਵੇਂ ਗੁਰਮੁਖੋ, ਇੱਕ ਤੁਕ ਬਾਬਾ ਫਰੀਦ ਸਾਹਿਬ ਦੀ ਮੈਂ ਅੱਗੇ ਵੀ ਕਈ ਵਾਰ ਕਿਹਾ, ਬਹੁਤ ਰਮਜਾਂ ਵਿੱਚ ਰੱਖੀਆਂ, ਬੜੀਆਂ ਰਹਿਮਤਾਂ ਬਾਬਾ ਫਰੀਦ ਸਾਹਿਬ ਜੀ ਵਰਤਾਉਂਦੇ ਆਪਣੇ ਸ਼ਲੋਕਾਂ ਵਿੱਚ। ਉਹ ਕਹਿੰਦੇ ਨੇ ਜਦੋਂ ਖੱਟੀ ਖੱਟਣ ਦਾ ਸਮਾਂ ਸੀ, ਟਾਈਮ ਸੀ, ਉਦੋਂ ਤੂੰ ਕੀ ਕਰਦਾ ਰਿਹਾ? ਰੱਤਾ ਦੁਨੀ ਸਿਓ, ਦੁਨੀ ਸਿਓ ਰੱਤੇ ਦਾ ਮੈਂ ਤਾਂ ਨਾਲ ਜ਼ਿਕਰ ਕੀਤਾ ਵੀ ਜਦੋਂ ਉਹ ਬੱਚੇ ਇੱਥੇ ਆਏ, ਜੇ ਕੀਤਾ ਕੁਝ ਨਾ ਨਸ਼ੇ ਕਰ ਕਰਕੇ ਜਾਂ ਇੱਧਰ ਉੱਧਰ ਹੋਰ ਗਲਤ ਸੰਗਤ 'ਚ ਪੈ ਕੇ ਤੇ ਆਪਣਾ ਜੀਵਨ ਬਰਬਾਦ ਕਰ ਲਿਆ, ਤੇ ਉਹਦਾ ਮਾਂ-ਬਾਪ ਨੂੰ ਲਾਭ ਨਾ ਹੋਇਆ। ਕੋਈ ਗੁਰੂ ਕਹਿੰਦਾ ਤੈਨੂੰ ਮਨੁੱਖਾ ਦੇ ਹੀ ਦਿੱਤੀ ਸੀ, ਖੱਟੀ ਖੱਟਣ ਦਾ ਟਾਈਮ ਸੀ, ਤੂੰ ਦੁਨੀ 'ਚ ਰੱਤਾ ਰਿਹਾ, ਤੂੰ ਕੀਤਾ ਹੀ ਕੁਝ ਨਾ। ਤੇ ਮਹਾਰਾਜ ਕਹਿੰਦੇ ਹੁਣ ਦੱਸ ਤੇਰਾ ਉਹ ਸਮਾਂ ਹੱਥੋਂ ਨਿਕਲ ਗਿਆ ਹੈ। ਹੁਣ ਜਿਹੜਾ ਖੱਟੀ ਖੱਟਣ ਦੇ ਟਾਈਮ ਵਿੱਚ ਅਸੀਂ ਕੀ ਕਰਦੇ ਰਹੇ, ਉਹਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜ਼ਿਕਰ ਕਰਨ ਲੱਗਿਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ 'ਚ ਬਾਬਾ ਫਰੀਦ ਸਾਹਿਬ ਦਾ ਹੀ ਆਪਾਂ ਇੱਕ ਹੋਰ ਸ਼ਲੋਕ ਲੈ ਲੈਂਦੇ ਹਾਂ। ਬਾਬਾ ਜੀ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਇਹਦਾ ਮਤਲਬ ਹੋ ਗਿਆ 4 ਪੈਰ ਨਿਕਲ ਗਏ ਰਾਤ ਵਿੱਚ ਤੇ 4 ਨਿਕਲ ਗਏ ਦਿਨ ਵਿੱਚ। ਫਰੀਦਾ ਚਾਰ ਗਵਾਇਆ ਹੰਡ ਕੈ, 4 ਗਵਾਇਆ ਸਮ। ਇਹਦਾ ਮਤਲਬ 4 ਪੈਰ ਰਾਤ ਨਿਕਲ ਗਈ, 4 ਪੈਰ ਦਿਨ ਨਿਕਲ ਗਿਆ, ਨਾ ਰਾਤ ਕੁਝ ਕੀਤਾ ਨਾ ਦਿਨੇ ਕੁਝ ਕੀਤਾ। ਲੇਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ। ਪਰਮਾਤਮਾ ਵਾਹਿਗੁਰੂ ਪੁੱਛਦਾ ਹੈ, ਜਿਵੇਂ ਪਰਿਵਾਰ ਪੁੱਛਦੇ ਆ ਵੀ ਪੁੱਤ ਕੀ ਕਮਾਇਆ, ਰੱਬ ਪੁੱਛਦਾ ਕੀ ਕੀਤਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਕੀਤਾ ਹੈ ਕੁਝ ਨਹੀਂ, ਫਿਰ ਖਾਲੀ ਹੋ ਕੇ ਬੈਠਾ ਹੈ। ਪਰ ਇਹ ਨਹੀਂ ਕਿ ਖਾਲੀ ਹੈ, ਮਹਾਰਾਜ ਕਹਿੰਦੇ ਬਹੁਤ ਕੁਝ ਲੈ ਗਿਆ ਨਾਲ। ਉਹ ਕੀ ਸੀ? ਉਹ ਔਗਣਾਂ ਦੀਆਂ ਪੰਡਾਂ ਇਕੱਠੀਆਂ ਕਰ ਕਰਕੇ ਬੰਨੀ ਗਿਆ ਨਾਲ, ਜਿਹਦਾ ਲਾਭ ਕੋਈ ਨਹੀਂ ਸੀ ਹੋਣਾ, ਉਹ ਸਾਰੀਆਂ ਇਕੱਠੀਆਂ ਕਰ ਲਈਆਂ। ਤਾਂ ਕਰਕੇ ਬਾਬਾ ਜੀ ਕਹਿੰਦੇ 4 ਗਵਾਇਆ ਹੰਡ ਕੈ, 4 ਗਵਾਇਆ ਸਮ। ਲੇਖਾ ਰੱਬ ਮਗੇਸੀਆ ਤੂੰ ਆਹੋਂ ਕਿਹੜੇ ਕੰਮ ਬੰਦਿਆ, ਤੂੰ ਕਿਹੜੇ ਕੰਮ ਵਿੱਚ ਆਇਆ ਸੀ ਜਿਹੜਾ ਤੂੰ ਕੀਤਾ ਨਹੀਂ। ਬਾਬਾ ਫਰੀਦ ਸਾਹਿਬ ਕਹਿ ਰਹੇ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨੀ ਜਾਂ ਭਰਿਆ ਤਾਂ ਨਦਿਆ। ਦਾ ਮਤਲਬ ਹੋ ਗਿਆ ਮੌਤ ਆਉਣ ਤੋਂ ਪਹਿਲਾਂ ਕੁਝ ਕਰ ਲਈਏ। ਤੇ ਜਿਨ੍ਹਾਂ ਨੇ ਇਹ ਲੱਦ ਲਿਆ ਸਾਰਾ ਕੁਝ, ਉਹ ਕਹਿੰਦੇ ਪਿਆਰਿਓ ਹਮ ਬੰਜਾਰਨ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਟਾਂਡਾ ਕਹਿੰਦੇ ਗੱਡੇ ਨੂੰ। ਰਵਿਦਾਸ ਭਗਤ ਕਹਿੰਦੇ ਮੈਂ ਗੱਡੇ ਭਰ ਲੈ, ਲੱਦ ਲੈ ਪਰਮਾਤਮਾ ਦੇ ਨਾਮ ਦੇ। ਆਓ ਜੇ ਕੋਈ ਮੇਰੇ ਨਾਲ ਜਾਣਾ ਚਾਹੁੰਦਾ ਕੋ ਬੰਜਾਰਨ ਰਾਮ ਕੋ, ਕੋਈ ਹੈ ਇਸ ਦਾ ਬਣਜਾਰਾ ਜਿਹੜਾ ਮੇਰੇ ਨਾਲ ਤੁਰੇ ਤੇ ਉਹਦਾ ਭਲਾ ਹੋ ਜਾਏਗਾ। ਮੈਂ ਉਸ ਨੂੰ ਵੀ ਲੈ ਤੁਰਦਾ ਨਾਲ, ਪਰਮਾਤਮਾ ਦੇ ਨਾਮ ਰੂਪੀ ਗੱਡੇ ਲੈ ਕੇ ਚੱਲੀਏ।
पर कहते ने हम राम नाम का लादिया बिख लादी संसार में तो खट लिया परमात्मा का नाम संसार बिख यार इकट्ठी करी जा रहा है। जिन्होंने सतगुरु गुरु ग्रंथ साहब की बाणी च मारे कहते ने धंधा धावत दिन गया रैन गवाई सोए की कीता सी। हुण मैं इत्थे बोलण लग्या धंधा धावत दिन गया रैन गवाई सोए कूड़ बोल बिख खाया मन मुख चलिया रोए सिर ऊपर जम डंड है। मारे कहते जमा का डंडा सिर के उपर है मनुख के दूजे भाए पत खोए। ते सतगुरु गरीब निवास सच्चे पातशाह महाराज जी कहते हर नाम कदे ना चेत्यो मन मुख चलिया रोए। मारे कहते हरि का नाम तो चेत्या नहीं। गुरु ग्रंथ साहब की बाणी जुड़ मैं ये जिक्र कर लगा भी असीं कीता की जो करना सी नहीं कीता। मारे कहते कथूरी को गाहक आयो। कथूरी समझ गए ना आपां कस्तूरी लैण वास्ते आए सी वो रब दे नाम रूपी कथूरी को गाहक आयो। वो आया सी तू कस्तूरी लैण वास्ते ते सतगुरु महाराज की बाणी कहते गाहक जिहदा बनना सी उहदा तां बनिया ना रहा। कीता कि कथूरी को गाहक आयो लादियो कालर बेख जिवां। जवां समझ गए ना सारे आप जवां जिहड़ा बूटी है। महाराज कहते ने कथूरी को गाहक आयो आया ते कस्तूरी वास्ते सी पर कीता कि लादियो कालर बिरख जिवां तू ते कलर ते बिख ते यही यार इकट्ठा करता रहा। आया तो कस्तूरी लैण वास्ते सी परमात्मा दे नाम दी। जिन्हों भगत कबीर साहब जी कहते ने प्यारिओ कि जो जदों असीं रत्ता दुनी सो जिहड़ा है ना वो की होया। हुण इहनूं भगत कबीर साहब कहते जे घर कथा होत हर संतन एक निमख न कीनो मैं फेरा। फेरा समझ शब्द गए ना आप बड़ा प्यारा शब्द है फेरा। आप सारे जानते हैं जो बजुर्ग कहते सी भी जा पुत जाके फेरा मार के आ पैली की जमीन से। फेरा शब्द बड़ा ये वेखो किनिया रमजां फेरा मारिया। आप कहते सी मैं फेरा हुणे ही मार के आया। इसका मतलब सी भी गेड़ा मारना कह लो भी फेरा मार के आया। वो कहते सी अज सवेर तो शामां तक तू गया ही नहीं फेरा ही नहीं मारिया। ਇਹਦਾ मतलब जे फेरा नहीं मारिया पता नहीं किन्ने जाने चोरी पट्ठे वड्ड के लै गए होने पता नहीं किन्ने जाने अपनी मोटर दी तारां ला के लै गए होण। तू फेरा क्यों नहीं मारिया। ते जदों फेरा मार के आउंदा सी बापू खुश हुंदा सी कहंदा सी चलो अज फेरा ते मार आया ना मेरा पुੱਤ। महाराज कहंदे ने जे बहुत नहीं ना कुछ कर सकदे वेखो कि बाणी च महाराज कहंदे ने थोड़े तो थोड़ा टाइम भी कड्डो भाई। जे घर कथा होत हर संतन कबीर जा तो फरीदा जा तो खट्टन वेल। जो वेला से तो फेरा ही मार जाते कदे आपां। जिन्होंने बाबा फरीद साहब कहते फरीदा जा तो खट्टन वेल तातू रत्ता दुनी स्यों। इनू बाणी च भगत साहबान कह रहे हैं कि जे घर कथा होत हर संतन एक निमख न कीनो मैं फेरा। फेरा भी नहीं मारिया सी किते घरों मन बने भी चलो गुरुद्वारे जाके फेरा ही मार आईए। फेरे विच भी बड़ी वड्डी किरपा जे। मैं ते एक साखी तुहानूं सुणाउणी है भी ये फेरा शब्द एवें नहीं कह दिता। फेरे का मतलब ये नहीं भी आए तो गुरुद्वारे का चार द्वारा घूम के पकौड़े खा के चले गए। ਇਹਦਾ अर्थ है नहीं फेरे का। ये मैं इतिहास की एक घटना कहनी है। मैं जो इस शब्द को देखा तो मेरे सामने एक बड़ी प्यारी घटना आई और फेरे शब्द की व्याख्या कर गई हो कि एक फेरा मारन में भी किड्डी बख्शिश वरत जाती है। सतगुरु गुरु अर्जुन देव सच्चे पातशाह महाराज जी का समा है तो महाराज जी ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰੇ ਸਾਹਿਬ ਉੱਤੇ ਰਹਿਮਤਾਂ ਵਰਤਾ ਰਹੇ ਹਨ। ਮੈਂ ਬੇਨਤੀ ਕਰਨ ਲੱਗਾ ਵੀ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਇੱਕ ਨਿਮਖ ਜਿੰਨਾ ਸਮਾਂ ਵੀ ਨਹੀਂ ਅਸੀਂ ਕੱਢਿਆ ਜੇ ਇੱਕ ਨਿਮਖ ਜਿੰਨੇ ਸਮੇਂ 'ਚ ਵੀ ਫੇਰਾ ਹੀ ਮਾਰ ਜਾਈਏ ਨਾ ਤੇ ਕਿੰਨੀਆਂ ਰਹਿਮਤਾਂ ਵਰਤ ਜਾਂਦੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਵਰਤਾ ਰਹੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਠਿੰਡੇ ਦੀ ਧਰਤੀ ਤੋਂ ਇੱਕ ਮਨੁੱਖ ਚੱਲਦਾ ਹੈ। ਇਹਦਾ ਨਾਮ ਹੈ गंगा राम ब्राह्मण है। ये व्यापारी है और करदा की है जिहड़ी फसल हुंदी है ना ऊठां ते लददा है ते दूसरे इलाकों में लैके तुर जाता जिथे वध कमाई हुंदी उत्थे तुर पैंदा है। इहनूं पता लग्या भी अंमृतसर शहर नवां नगर वसिया है। उत्थे महाराज ने बहुत लोग वसाए हज़ारां की तादाद में संगत आउंदी है। नवीं वसों हो रही है तो बंदा सच जानो जो नवीं वसों होंगी उधर नूं बंदा तुरदा भी चलो उत्थे जाके लाभ ज़्यादा हो जाएगा। इन्हें बाजरे के ऊठ लदे ऊठां ते लद के बाजरा ये बठिंडे तो तुरदा है तो चलदा सीधा अंमृतसर साहब की धरती। तो मैं जी बेनती कर लग्या गुरमुखो जे फेरा भी मारीए ना गुरुद्वारे आके तो फेरे विच भी बड़ियां रहमतां वरत जांदियां जी। हुण चलिया बठिंडे तो अंमृतसर साहब की धरती ते पहुंच जाता बाजरा लेके आ रहा है। सतगुरु गुरु अर्जन देव महाराज जी दीवान सजाउंदे आ संगत आउंदी महाराज दर्शन करती है।
ਇਹਨੇ ਕੀ ਦੇਖਿਆ, ਸ਼ਹਿਰ ਤੋਂ ਬਾਹਰਲੇ ਬੰਨੇ ਆਪਣੇ ਜਿਹੜੇ ਊਠ ਸਨ ਉਹਦੇ ਤੇ ਬਾਜਰਾ ਲੱਦਿਆ ਸੀ, ਉੱਥੇ ਇਹਨੇ ਸਾਰਾ ਉਤਾਰਾ ਕਰ ਲਿਆ। ਇਹਨਾਂ ਦਿਨਾਂ ਵਿੱਚ ਬਾਬਾ ਪਿਰਥੀ ਚੰਦ ਜੀ ਨੇ ਇਉਂ ਕਹਿ ਲਓ ਕਿ ਮਸੰਦਾਂ ਨੂੰ ਆਪਣੇ ਨਾਲ ਗੰਢ ਕੇ, ਬਾਬਾ ਪਿਰਥੀ ਚੰਦ ਜੀ ਨੇ ਮਸੰਦਾਂ ਨੂੰ ਆਪਣੇ ਨਾਲ ਗੰਢ ਕੇ ਨਾਕਾਬੰਦੀ ਕੀਤੀ ਸੀ। ਜਿਹੜੀ ਰਸਤ ਆਉਂਦੀ ਸੀ ਬਾਬਾ ਪਿਰਥੀ ਚੰਦ ਜੀ ਸਮਝ ਜਾਂਦੇ ਸਨ ਤੇ ਲੰਗਰ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਦਰਬਾਰ 'ਚ ਭੇਜ ਦਿੰਦਾ ਸੀ ਬਾਬਾ ਪਿਰਥੀ ਚੰਦ। ਇਹ ਵਿਰੋਧ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਹੁਣ ਹੋਇਆ ਕਿ ਜਦੋਂ ਰਸਤ ਘਟ ਜਾਏ, ਮੁੱਕ ਜਾਏ, ਤੇ ਰਸਤ ਮੁੱਕਣ ਤੋਂ ਬਾਅਦ ਉਸ ਪ੍ਰਸ਼ਾਦਾ ਕਿਵੇਂ ਤਿਆਰ ਹੋ ਸਕਦਾ ਹੈ? ਜਿੰਨੀ ਰਸਤ ਸੀ ਉਹਦੇ ਪ੍ਰਸ਼ਾਦੇ ਬਣਦੇ ਗਏ। ਜਦੋਂ ਰਸਤ ਖਤਮ ਹੋ ਗਈ ਤੇ ਉਦੋਂ ਕਹਿ ਲਓ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਵਿੱਚ ਰਸਤ ਨਹੀਂ। ਇਤਿਹਾਸ ਕਹਿ ਰਿਹਾ ਹੈ ਇੱਕ ਦਿਨ ਇਹੋ ਜਿਹਾ ਵੀ ਆਇਆ ਸੀ, ਰਾਤ ਦੀ ਰੋਟੀ ਸਵੇਰ ਦੇ ਟਾਈਮ ਤੇ ਭਾਈ ਗੁਰਦਾਸ ਜੀ ਨੇ ਸੁੱਕੀ ਰੋਟੀ ਖਾਧੀ ਤੇ ਜਦੋਂ ਹੱਥ ਤੇ ਤਲੀ ਤੇ ਰੱਖੀ ਤੇ ਨਾਲ ਹੀ ਮਨ ਭਰ ਆਇਆ ਵੀ ਇਸ ਘਰ ਵਿੱਚ ਇਹ ਦਿਨ ਵੀ ਵੇਖਣੇ ਪੈਣੇ ਸਨ। ਰਾਤ ਦੀ ਸੁੱਕੀ ਰੋਟੀ ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਇਹ ਕੀ? ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੋਈ ਨਹੀਂ, ਉਹ ਦਿਨ ਦੂਰ ਨਹੀਂ, ਇਸ ਨੂੰ ਅਸੀਂ ਪਰਮਾਤਮਾ ਦੀ ਭਾਣੇ ਰਜਾ ਵਿੱਚ ਕੱਢ ਦੇਣਾ ਹੈ। ਉਹ ਦਿਨ ਦੂਰ ਨਹੀਂ ਜਦੋਂ ਸਾਰੀਆਂ ਰਹਿਮਤਾਂ ਫਿਰ ਵਰਤਣੀਆਂ ਨੇ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਹੋਣਾ ਨੇ ਫਿਰ ਸਾਧ ਸੰਗਤ ਜੀ ਸੰਗਤ ਨੂੰ ਪ੍ਰੇਰਿਆ ਤੇ ਸਚਾਈ ਤੋਂ ਜਾਣੂ ਕਰਵਾਇਆ ਕਿ ਬਾਬਾ ਪਿਰਥੀ ਚੰਦ ਧੱਕੇ ਨਾਲ ਗੁਰੂ ਬਣ ਕੇ ਬਹਿ ਰਿਹਾ, ਸੱਚੇ ਗੁਰੂ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਨੂੰ ਬਖਸ਼ਿਸ਼ ਮਿਲੀ, ਗੁਰੂ ਰਾਮਦਾਸ ਮਹਾਰਾਜ ਜਿਹੜੀ ਮੈਂ ਬੇਨਤੀ ਕਰਦਾ, ਉਦੋਂ ਇਹ ਦਿਨ ਚੱਲਦੇ ਸਨ। ਸਿੱਖਾਂ ਨੇ ਕਿਹਾ ਮਹਾਰਾਜ ਰਸਤ ਕੋਈ ਨਹੀਂ, ਲੰਗਰ ਸੰਗਤ ਛਕਣਾ ਚਾਹੁੰਦੀ ਹੈ। ਮਹਾਰਾਜ ਕਹਿੰਦੇ ਵੀ ਦੇਖੋ ਕੋਈ ਪ੍ਰਬੰਧ ਹੋ ਜਾਏ। ਇੰਨੇ ਚਿਰ ਨੂੰ ਇਹੋ ਕਹਿ ਲਓ ਇੱਕ ਨਿਮਕ ਨਾ ਕੀਨੋ ਮੈਂ ਫੇਰਾ, ਉਹ ਗੰਗਾ ਰਾਮ ਬ੍ਰਾਹਮਣ ਪੰਡਿਤ ਫੇਰਾ ਮਾਰਨ ਆਇਆ ਦਰਬਾਰ ਸਾਹਿਬ। ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਦੇਖੀ। ਹੁਣ ਇਹ ਕੋਈ ਨਾਮ ਜਪਣ ਨਹੀਂ ਸੀ ਆਇਆ, ਕੋਈ ਰਹਿਮਤ ਲੈਣ ਨਹੀਂ ਸੀ ਆਇਆ, ਸਿਰਫ ਕਮਾਈ ਕਰਨ ਵਾਸਤੇ ਤੁਰਿਆ ਸੀ। ਬਠਿੰਡੇ ਦੀ ਧਰਤੀ ਤੋਂ 4 ਪੈਸੇ ਵੱਧ ਮਿਲ ਜਾਣਗੇ, ਪਰ ਮੈਂ ਕਹਿੰਦਾ ਇੱਕ ਫੇਰੇ ਵਿੱਚ ਵੀ ਕਿੰਨੀ ਗੁਰੂ ਨੇ ਰਹਿਮਤ ਵਰਤਾ ਦੇਣੀ ਹੈ। ਇਹ ਆਇਆ ਹੀ ਨਹੀਂ ਆ ਕੇ ਉਹ ਕਹੋ ਕਿ ਫੇਰਾ ਮਾਰਿਆ ਉੱਥੇ। ਸੰਗਤ ਵੇਖੀ ਬਹੁਤ ਜ਼ਿਆਦਾ, ਗੁਰੂ ਦਾ ਦਰਬਾਰ ਸਜਿਆ ਹੋਇਆ। ਉਹਨੇ ਮਨ 'ਚ ਸੋਚਿਆ ਮਨਾ ਏਡੀ ਏਡੀ ਦੂਰੋਂ ਸੰਗਤ ਆ ਰਹੀ ਹੈ ਭਾਵਨਾ ਨਾਲ, ਸ਼ਰਧਾ ਨਾਲ ਗੁਰੂ ਮਹਾਰਾਜ ਦੇ ਚਰਨ ਪਰਸਨ ਵਾਸਤੇ, ਤੇ ਤੂੰ ਵੀ ਬੈਠ ਗਿਆ, ਤੂੰ ਤੇ ਬਹਾਨੇ ਨਾਲ ਹੀ ਆਇਆ ਨਾ। ਆਇਆ ਤੇ ਆਪਣਾ ਬਾਜਰਾ ਵੇਚਣਾ ਹੈ, ਪਰ ਬਹਾਨੇ ਨਾਲ ਤੈਨੂੰ ਜੇ ਸਮਾਂ ਮਿਲ ਗਿਆ ਤਾਂ ਤੂੰ ਬੈਠ 2 ਮਿੰਟ ਗੁਰੂ ਚਰਨਾਂ ਦੇ ਵਿੱਚ। ਇਹ ਬੈਠ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਦੇ ਪ੍ਰਵਾਹ ਚੱਲੇ, ਮਹਾਰਾਜ ਨੇ ਉਪਦੇਸ਼ ਦਿੱਤੇ ਸੰਗਤਾਂ ਨੂੰ। ਇਉਂ ਕਹਿ ਲਓ ਕਿ ਇਹਦੇ ਮਨ ਉੱਤੇ ਅਸਰ ਹੋਇਆ। ਉਹਨੇ ਕਿਹਾ ਕਿ ਮਹਾਰਾਜ ਮੈਂ ਬਾਜਰਾ ਲੈ ਕੇ ਆਇਆ, ਮੇਰੀ ਕੋਈ ਸੇਵਾ। ਮਹਾਰਾਜ ਕਹਿੰਦੇ ਇਸ ਵੇਲੇ ਤਾਂ ਜ਼ਰੂਰਤ ਵੀ ਸੀ ਇਹਦੀ, ਬਾਜਰੇ ਦੀ ਲੋੜ ਵੀ ਸੀ ਇਸ ਵੇਲੇ। ਮਹਾਰਾਜ ਕਹਿੰਦੇ 100 ਮਣ ਬਾਜਰਾ ਤੂੰ ਦੇ ਦੇ ਸਾਨੂੰ, ਤੇ ਪੈਸੇ ਤੈਨੂੰ ਹੁਣ ਨਹੀਂ ਦਿਆਂਗੇ, ਵਿਸਾਖੀ ਦੇ ਦਿਆਂਗੇ। ਵਿਸਾਖੀ ਵੀ ਆਉਣ ਵਾਲੀ ਸੀ। ਮਹਾਰਾਜ ਕਹਿੰਦੇ ਪੈਸੇ ਵਿਸਾਖੀ ਦੇ ਦਿਆਂਗੇ, 100 ਮਣ ਬਾਜਰਾ ਦੇ ਦੇ। ਇਹਨੇ 100 ਮਣ ਬਾਜਰਾ ਦਿੱਤਾ, ਲੰਗਰ ਤਿਆਰ ਹੋਇਆ। ਅਗਲਾ ਦਿਨ ਹੋਇਆ ਤੇ ਫਿਰ 100 ਮਣ ਬਾਜਰਾ ਹੋਰ ਲਿਆ। 5 ਦਿਨ ਇਤਿਹਾਸਕਾਰ ਕਹਿੰਦੇ ਆ ਕਿ 5 ਦਿਨ 100 ਮਣ ਬਾਜਰਾ ਇਸ ਪੰਡਤ ਜਿਹੜਾ ਗੰਗਾ ਰਾਮ ਬ੍ਰਾਹਮਣ ਦੇ ਕੋਲ ਲੈਂਦੇ ਰਿਹਾ। ਇਹ 5 ਦਿਨਾਂ ਦੇ ਵਿੱਚ ਇਉਂ ਕਹਿ ਲਓ ਕਿ ਮਹਾਰਾਜ ਦੇ ਚਰਨਾਂ 'ਚ ਰੋਜ਼ ਆਉਣ ਲੱਗ ਪਿਆ। ਫੇਰਾ ਇੱਕ ਦਿਨ ਪਾਇਆ। ਹੁਣ ਮਨ 'ਚ ਆਇਆ ਮਨਾ ਬਹਾਨੇ ਨਾਲ ਹੀ ਆਇਆ ਤੂੰ ਗੁਰੂ ਦੇ ਦਰਸ਼ਨ ਕਰਨ ਵਾਸਤੇ, ਸੰਗਤ ਦੇ ਤੈਨੂੰ ਦਰਸ਼ਨ ਹੋ ਰਹੇ ਆ, ਗੁਰੂ ਦੀ ਸੰਗਤ ਹੋ ਰਹੀ ਹੈ, ਤੇ ਇਹਦੇ 'ਚ ਕੋਈ ਭਲਾ ਹੀ ਹੋ ਜਾਏਗਾ ਮੇਰਾ। ਇੰਨਾ ਮਨ ਉੱਤੇ ਅਸਰ ਹੋਇਆ, ਗੁਰੂ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਨ ਲੱਗ ਪਿਆ, ਸੰਗਤ ਕਰਨ ਲੱਗ ਪਿਆ, ਬਾਣੀ ਪੜ੍ਹਨ ਸੁਣਨ ਲੱਗ ਪਿਆ। ਇਧਰੋਂ ਵਿਸਾਖੀ ਵੀ ਆਉਣ ਵਾਲੀ ਸੀ। ਵਿਸਾਖੀ ਆਈ ਕਿਉਂਕਿ ਬਾਬਾ ਫਰੀਦ ਆਪਣਾ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੇ ਸੰਗਤਾਂ ਨੂੰ ਸੁਚੇਤ ਕਰਤਾ ਸੀ। ਫਿਰ ਸਾਰੀ ਸੰਗਤ ਸੁਚੇਤ ਹੋਈ। ਪਿਰਥੀ ਚੰਦ ਤੇ ਜਿਹੜੀ ਉਹ ਰਸਤੇ 'ਚ ਨਾਕਾਬੰਦੀ ਸੀ ਉਹ ਬੰਦ ਹੋਈ। ਸਾਰੀ ਰਸਤੇ ਲੰਗਰਾਂ 'ਚ ਆਉਣ ਲੱਗ ਪਈ, ਫਿਰ ਰੌਣਕਾਂ ਲੱਗ ਗਈਆਂ। ਵਿਸਾਖੀ ਦਾ ਦਿਨ ਆਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਭਈ ਜਿਨ੍ਹਾਂ ਨੇ ਵੀ ਰਸਤ ਲੰਗਰ ਵਿੱਚ ਪਾਈ, ਸੇਵਾ ਦੇ ਤੌਰ ਤੇ ਪਾਈ, ਠੀਕ ਹੈ, ਪਰ ਜਿਨ੍ਹਾਂ ਨੇ ਕਮਾਈ ਵਾਸਤੇ ਆਏ ਸੀ, ਮਹਾਰਾਜ ਕਹਿੰਦੇ ਸਾਰੇ ਲਿਆਓ ਉਹਨਾਂ ਨੂੰ। ਪੰਡਤ ਗੰਗਾ ਰਾਮ ਬ੍ਰਾਹਮਣ ਇਹ ਵੀ ਆਇਆ, ਮਹਾਰਾਜ ਦੇ ਕੋਲ ਆ ਗਿਆ। ਮਹਾਰਾਜ ਕਹਿੰਦੇ ਗੰਗਾ ਰਾਮ ਤੇਰਾ ਧੰਨਵਾਦ ਬਈ, ਤੂੰ ਇਸ ਵੇਲੇ ਲੰਗਰ ਦੀ ਸੰਗਤਾਂ ਨੂੰ ਜ਼ਰੂਰਤ ਸੀ, ਤੂੰ ਬਾਜਰਾ ਦਿੱਤਾ, ਤੇਰਾ ਧੰਨਵਾਦ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪੈਸੇ ਦੱਸ ਤੇਰੇ ਕਿੰਨੇ ਬਣੇ ਨੇ, ਪੈਸੇ ਕਿੰਨੇ ਬਣੇ। ਹੁਣ ਦੇਖੋ ਇੱਕ ਬੰਦਾ ਫੇਰਾ ਪੌਰਨ ਆਇਆ ਸੀ ਕਮਾਈ ਕਰਨ ਵਾਸਤੇ, ਉਹ ਖੱਟੀ ਖੱਟ ਕੇ ਚਲਿਆ ਗਿਆ ਜਿਹੜੀ ਬਾਬਾ ਫਰੀਦ ਸਾਹਿਬ ਕਹਿੰਦੇ ਅਸੀਂ ਨਹੀਂ ਖੱਟ ਰਹੇ। ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸੋ। ਜਿਹੜੀ ਅਸੀਂ ਖੱਟੀ ਖੱਟਣ ਆਏ ਸੀ ਨਾ, ਉਹ ਜਿਹੜੇ ਖੱਟ ਕੇ ਚਲੇ ਗਏ ਕੌਣ ਹੁੰਦੇ ਨੇ? ਉਹ ਕਿੱਦਾਂ ਦਾ ਜੀਵਨ ਹੁੰਦਾ ਉਹਨਾਂ ਦਾ, ਖੱਟੀ ਖੱਟ ਕੇ ਜਾਣ ਵਾਲਿਆਂ ਦਾ। ਇਸ ਪੰਡਤ ਗੰਗਾ ਰਾਮ ਬ੍ਰਾਹਮਣ ਨੇ ਕਿਹਾ, ਕਹਿੰਦਾ ਮਹਾਰਾਜ ਇੱਕ ਕਿਰਪਾ ਕਰੋ, ਮੈਂ ਇੰਨੇ ਦਿਨ ਤੁਹਾਡੀ ਸੰਗਤ ਕੀਤੀ ਹੈ, ਇੱਕ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਸਿੱਖੀ ਦੀ ਦਾਤ ਦੇ ਦਿਓ, ਮੈਂ ਪੈਸੇ ਨਹੀਂ ਲੈਣੇ।
ਹੁਣ ਆਇਆ ਬਾਜਰਾ ਵਿੱਚ, ਆਇਆ ਖੱਟੀ ਕੱਢਣ ਵਾਸਤੇ, ਪਰ ਕਿਹੜੀ ਖੱਟੀ ਖੱਟ ਕੇ ਚੱਲਿਆ ਹੁਣ ਆਇਆ ਤੇ ਹੁਣ ਖੱਟੀ ਤੇ ਹੁਣ ਵੀ ਖੱਟ ਕੇ ਚੱਲਿਆ, ਪਰ ਕਿਹੜੀ ਖੱਟੀ ਕੱਟ ਕੇ ਚੱਲਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੰਗਾ ਰਾਮ ਨਹੀਂ ਭਈ ਤੇਰੇ ਨਾਲ ਵਾਅਦਾ ਕੀਤਾ ਸੀ ਜਿੰਨਾ ਤੂੰ ਬਾਜਰਾ ਦਿੱਤਾ ਉਹਦੇ ਪੈਸੇ ਦੇਣੇ, ਕਿਉਂਕਿ ਉਸ ਵੇਲੇ ਉਧਾਰੀ ਬਾਜਰਾ ਲਿਆ ਸੀ, ਇਸ ਵੇਲੇ ਪੈਸੇ ਦੇਣੇ ਆ। ਉਹਨੇ ਕਿਹਾ ਨਹੀਂ ਮਹਾਰਾਜ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਮੇਰੀ ਸੇਵਾ ਪ੍ਰਵਾਨ ਕਰਦੇ ਹੋ ਤੇ ਮਹਾਰਾਜ ਇਹ ਸਾਰੀ ਸੇਵਾ ਤੁਸੀਂ ਲੰਗਰ ਜਿਹੜੀ ਮੈਂ ਪਾਈ ਬਾਜਰੇ ਦੀ ਮਹਾਰਾਜ ਨੂੰ ਪ੍ਰਵਾਨ ਕਰ ਲਓ, ਮੈਂ ਪੈਸਾ ਕੋਈ ਨਹੀਂ ਲੈਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੀ ਤੂੰ ਦਾਤ ਮੰਗਦਾ ਨਾ ਉਹ ਬਾਜਰੇ ਦੇ ਬਦਲੇ ਨਹੀਂ ਮਿਲਦੀ। ਮਨ ਚ ਤੂੰ ਇਹ ਸੋਚੇ ਵੀ ਮੈਂ 500 ਮਣ ਬਾਜਰਾ ਦਿੱਤਾ ਸਿੱਖੀ ਲੈ ਕੇ ਚੱਲਿਆ, ਮਹਾਰਾਜ ਕਹਿੰਦੇ ਇਹ ਸਿੱਖੀ ਬਾਜਰੇ ਦੇ ਬਦਲੇ ਨਹੀਂ। ਉਹਨੇ ਕਿਹਾ ਮਹਾਰਾਜ ਬਾਜਰੇ ਦੀ ਗੱਲ ਤਾਂ ਪਰਾਂ ਰਹਿ ਗਈ, ਮੈਂ ਉਸ ਬਾਜਰੇ ਦੇ ਬਦਲੇ ਸਿੱਖੀ ਦੀ ਗੱਲ ਨਹੀਂ ਕਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਧਰ ਜਿੰਨੇ ਸਿੱਖੀ ਕਮਾਉਣੀ ਹੈ ਨਾ ਉਹਦੇ ਵਾਸਤੇ ਬਾਜਰੇ ਦੀ ਜ਼ਰੂਰਤ ਨਹੀਂ, ਉਹਦੇ ਵਾਸਤੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਹਿਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਹਨ ਨਾ ਕੀਜੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਾਂ ਸਿਰ ਦੇਣਾ ਪੈਣਾ ਹੈ, ਤੂੰ ਬਾਜਰਾ ਦੇ ਕੇ ਕਹਵੇਂ ਮੈਂ ਸਿੱਖੀ ਲੈ ਚੱਲੇ। ਉਹਨੇ ਕਿਹਾ ਨਹੀਂ ਮਹਾਰਾਜ ਮੇਰੀ ਸੇਵਾ ਪ੍ਰਵਾਨ ਕਰੋ। ਮੈਂ ਬੇਨਤੀ ਕਰਨ ਲੱਗਿਆ, ਦੇਖੋ ਕਬੀਰ ਸਾਹਿਬ ਦਾ ਸ਼ਬਦ ਲਿਆ ਸੀ ਕਿ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਜਿੱਥੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਨਾਮ ਜਪਿਆ ਜਾ ਰਿਹਾ, ਬੰਦਗੀ ਹੋ ਰਹੀ, ਉਹਦੀ ਸਿਫਤ ਸਲਾਹ ਸੇਵਾ ਸਿਮਰਨ ਉਹਦੀਆਂ ਵਡਿਆਈਆਂ ਹੋ ਰਹੀਆਂ ਨੇ, ਉੱਥੇ ਬੰਦੇ ਨੇ ਨਿਮਕ ਜਿੰਨਾ ਟਾਈਮ ਵੀ ਜਾ ਕੇ ਫੇਰਾ ਵੀ ਨਹੀਂ ਮਾਰਿਆ, ਪਰ ਜਿੰਨੇ ਫੇਰਾ ਮਾਰਿਆ ਉਸ ਸਮੇਂ ਵਿੱਚ ਉਹਦਾ ਜੀਵਨ ਕਿਵੇਂ ਬਦਲ ਗਿਆ, ਮੈਂ ਉਹਦੇ ਤੇ ਬੇਨਤੀ ਕਰ ਰਿਹਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਇਸ ਪੰਡਤ ਗੰਗਾ ਰਾਮ ਬ੍ਰਾਹਮਣ ਨੂੰ ਮਾਰ ਕੇ ਸਿੱਖੀ ਦੀ ਦਾਤ ਦੇ ਬਦਲੇ ਸਿਰ ਦੇਣਾ ਪੈਂਦਾ। ਉਹਨੇ ਕਿਹਾ ਮਹਾਰਾਜ ਮੇਰਾ ਸਿਰ ਹਾਜ਼ਰ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਇਹਨੇ ਕਿਹਾ ਮਹਾਰਾਜ ਮੈਂ ਕੁਝ ਸਮਾਂ ਰਹਿਣਾ ਚਾਹੁੰਦਾ ਇੱਥੇ। ਮਹਾਰਾਜ ਨੇ ਕਿਹਾ ਇਹ ਵੀ ਸਿੱਖੀ ਦੀ ਉਲਟ ਹੈ। ਜੇ ਤੂੰ ਕਵੇਂ ਮੈਂ ਇੱਥੇ ਰਹਿਣਾ ਚਾਹੁੰਦਾ, ਪਿੱਛੇ ਪਰਿਵਾਰ ਹੈ, ਬੱਚੇ ਨੇ, ਤੂੰ ਗ੍ਰਸਤੀ ਹੈ, ਮਹਾਰਾਜ ਕਹਿੰਦੇ ਇਹ ਵੀ ਸਿੱਖੀ ਦੀ ਉਲਟ ਹੈ ਵੀ ਹੁਣ ਸਿੱਖੀ ਦੇ ਕੇ ਤੈਨੂੰ ਆਪਣੇ ਕੋਲ ਰੱਖ ਕੇ ਤੇ ਪਰਿਵਾਰ ਤੋਂ ਘਰ-ਬਾਰ ਤੋਂ ਤੋੜ ਦਈਏ ਤੈਨੂੰ, ਇਹ ਵੀ ਨਹੀਂ ਗੱਲ ਸ਼ੋਭਾ ਦਿੰਦੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਪਣੇ ਪਰਿਵਾਰ ਵਿੱਚ ਜਾਣਾ ਹੈ, ਆਪਣੇ ਬੱਚਿਆਂ ਦੇ ਵਿੱਚ ਜਾਣਾ, ਉਹ ਜਿਹੜਾ ਤੂੰ ਗ੍ਰਸਤੀ ਹੁੰਦੀ ਆ, ਜਿਹੜਾ ਆਪਣਾ ਕਿਰਤ ਕਰ ਰਿਹਾ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਤਿਆਗਣੀ ਨਹੀਂ ਉਹ ਉਸੇ ਤਰ੍ਹਾਂ ਜਾਰੀ ਰੱਖਣੀ ਹੈ। ਇਹੋ ਕਹਿ ਲਓ ਇਹ ਸਤਿਗੁਰੂ ਮਹਾਰਾਜ ਜੀ ਕੋਲੋਂ ਨਾਮ ਦੀ ਗੁਰਸਿੱਖੀ ਦੀ ਦਾਤ ਲੈ ਕੇ ਵਾਪਸ ਕੁਝ ਮਹੀਨਿਆਂ ਬਾਅਦ ਬਠਿੰਡੇ ਚਲਿਆ ਗਿਆ। ਪਰਿਵਾਰ ਦੇ ਜੀਆਂ ਨੂੰ ਮਿਲਿਆ, ਪਰਿਵਾਰ ਦੇ ਜੀਆਂ ਨੇ ਵੇਖਿਆ, ਕਹਿਣ ਲੱਗੇ ਬਾਪੂ ਤਾਂ ਲੈ ਕੇ ਗਿਆ ਸੀ ਊਠ ਲੱਦ ਕੇ ਬਾਜਰੇ ਦੇ। ਮਨ 'ਚ ਇਹ ਸੋਚਦੇ ਸੀ ਵੀ ਬੜੀਆਂ ਬੜੀਆਂ ਪੈਸੇ ਦੀਆਂ ਪੰਡਾਂ ਲਿਆਇਆ ਹੋਏਗਾ ਬਾਪੂ, ਘਰ ਵਾਲੀ ਕਹਿੰਦੀ ਹੈ, ਬੱਚੇ ਕਹਿੰਦੇ ਆ। ਜਦੋਂ ਗਿਆ ਤੇ ਕੋਲ ਕੁਝ ਵੀ ਨਹੀਂ। ਪਰਿਵਾਰ ਸਾਰਾ ਹੈਰਾਨ ਹੈ ਵੀ ਇਸ ਵਾਰੀ ਤੁਸੀਂ ਕਹਿੰਦੇ ਸੀ ਕਮਾਈ ਬਹੁਤ ਹੋਣੀ ਹੈ, ਖੱਟਣ ਵੇਲ ਵੀ ਖੱਟੀ ਬਹੁਤ ਜ਼ਿਆਦਾ ਹੋਣੀ ਹੈ, ਤੁਸੀਂ ਲੈ ਕੇ ਕੀ ਆਇਓ, ਕਿਹੜੀ ਖੱਟੀ ਕੱਟ ਕੇ ਲਿਆਂਦੀ, ਪੈਸੇ ਕਿੱਧਰ ਗਏ। ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਜਾ ਤੋਂ ਖੱਟਣ ਵੇਲ ਤਾ ਤੂੰ ਰੱਤਾ ਦੁਨੀ ਸਿਓ। ਬੰਦਿਆ ਜਦੋਂ ਖੱਟੀ ਖੱਟਣ ਦਾ ਟਾਈਮ ਸੀ ਉਦੋਂ ਤੂੰ ਦੁਨੀਆ 'ਚ ਮਸਤ ਰਿਹਾ, ਪਰ ਜਿਨ੍ਹਾਂ ਨੇ ਇਸ ਨੂੰ ਸੰਭਾਲ ਲਿਆ ਉਹ ਕੀ ਲੈ ਕੇ ਚੱਲ ਗਏ, ਖੱਟੀ ਕਿਹੜੀ ਖੱਟ ਲਈ। ਪੰਡਤ ਉਸ ਗੰਗਾ ਰਾਮ ਬ੍ਰਾਹਮਣ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਕਹਿੰਦੇ ਸੀ ਮੈਂ ਸਮਾਂ ਗਵਾ ਕੇ ਆ ਗਿਆ, ਮੈਂ ਖੱਟੀ ਕੋਈ ਨਹੀਂ ਖੱਟ ਕੇ ਲਿਆਂਦੀ, ਮੈਂ ਉਹ ਧਨ ਲੈ ਕੇ ਆਇਆ, ਉਹ ਖੱਟੀ ਖੱਟ ਕੇ ਲਿਆਇਆ ਜਿਹੜੀ ਖੱਟੀ ਸਾਡੇ ਪਹਿਲਾਂ ਕਦੀ ਪਰਿਵਾਰ ਵਿੱਚ ਕੋਈ ਖੱਟ ਨਹੀਂ ਸਕਿਆ। ਉਹਨਾਂ ਕਿਹਾ ਉਹ ਕਿਹੜੀ ਚੀਜ਼ ਹੈ। ਉਹਨਾਂ ਕਿਹਾ ਮੈਂ ਗੁਰੂ ਕੋਲੋਂ ਸਿੱਖੀ ਲੈ ਕੇ ਆਇਆ, ਇਹ ਪਹਿਲਾਂ ਸਾਡੇ ਪਰਿਵਾਰ ਵਿੱਚ ਕਦੇ ਨਹੀਂ, ਮੈਂ ਗੁਰੂ ਕੋਲੋਂ ਸਿੱਖੀ ਲੈ ਕੇ ਆਇਆ, ਸਿੱਖੀ ਦੀ ਦਾਤ ਲੈ ਕੇ ਆਇਆ। ਤੇ ਉਹਨਾਂ ਕਿਹਾ ਜੇ ਇਹ ਦਾਤ ਤੁਸੀਂ ਲੈ ਆਓ ਤੇ ਸਿੱਖੀ ਆਪਣੇ ਇਕੱਲੇ ਕੋਲੇ ਕਿਉਂ, ਸਾਨੂੰ ਵੀ। ਵੇਖੋ ਇੱਕ ਨਿਮਕ ਨਾ ਕੀਨੋ ਮੈਂ ਫੇਰਾ, ਨਿਮਕ ਜਿੰਨੇ ਸਮੇਂ ਵਿੱਚ ਫੇਰਾ ਹੀ ਮਾਰਿਆ, ਆਪ ਵੀ ਸਿੱਖ ਬਣ ਗਿਆ, ਪਰਿਵਾਰ ਨੂੰ ਦੁਬਾਰਾ ਲੈ ਕੇ ਆਇਆ, ਸਿੱਖੀ ਦੀ ਦਾਤ ਦਵਾਈ, ਪਰਿਵਾਰ ਵੀ ਗੁਰਸਿੱਖ ਬਣ ਗਿਆ। ਤੇ ਇਉਂ ਕਹਿ ਲਓ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਗੰਗਾ ਰਾਮ ਹੁਣ ਇੱਕ ਕੰਮ ਤੂੰ ਕਰ ਬਈ, ਜਿੱਥੇ ਆਪਣੀ ਕਿਰਤ ਕਰਦਾ, ਗ੍ਰਸਤੀ ਆ, ਪਰਿਵਾਰ ਪਾਲਦਾ ਨਾ, ਉੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਲਓ ਅੱਜ ਤੋਂ ਬਾਅਦ ਤੈਨੂੰ ਹੁਣ ਇਸ ਦਰਬਾਰ 'ਚ ਆਉਣ ਦੀ ਜ਼ਰੂਰਤ ਨਹੀਂ। ਇਹਦਾ ਮਤਲਬ ਇਹ ਨਾ ਸਮਝ ਲਓ ਮਾਰੀ ਰੋਗ ਰਤਾ ਡਾਕਰਾ ਤੋਂ ਦੁਬਾਰਾ ਨਾ ਤੇ ਆਵੀਂ, ਨਹੀਂ। ਗੰਗਾ ਰਾਮ ਇੱਕ ਕੰਮ ਕਰ, ਹੁਣ ਤੂੰ ਆਪਣੇ ਉਸੇ ਇਲਾਕੇ ਵਿੱਚ ਬਠਿੰਡੇ ਚਲਿਆ ਜਾ, ਗੁਰੂ ਨਾਨਕ ਦੇ ਘਰ ਦਾ ਪ੍ਰਚਾਰਕ ਬਣ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰ। ਮਹਾਰਾਜ ਨੂੰ ਪ੍ਰਚਾਰਕ ਥਾਪਿਆ। ਵੇਖੋ ਗੱਲ ਕਿੱਥੋਂ ਸ਼ੁਰੂ ਹੋਈ, ਇੱਕ ਬੰਦਾ ਬਾਜਰਾ ਲੈ ਕੇ ਤੁਰਿਆ, ਕੋਈ ਮਨ 'ਚ ਖਿਆਲ ਤੱਕ ਨਹੀਂ ਸੀ ਕਿ ਮੈਂ ਦੁਬਾਰਾ ਇਸੇ ਨਗਰ 'ਚ ਆ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰਕ ਬਣ ਜਾਣਾ, ਕੋਈ ਫੁਰਨਾ ਵੀ ਨਹੀਂ ਸੀ ਮਨ ਵਿੱਚ। ਆਇਆ ਸੀ ਖੱਟੀ ਖੱਟਣ ਬਾਹਰੀ ਤੌਰ ਤੇ,
ਬਾਜਰਾ ਵੇਚਣ, ਖੱਟੀ ਉਹ ਖੱਟ ਕੇ ਚਲਿਆ ਗਿਆ ਜਿਹਨੂੰ ਅੱਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤਾਂ ਤੂੰ ਰੱਤਾ ਦੁਨੀ ਸਿਓ। ਜਿਹੜਾ ਦੁਨੀਆ 'ਚ ਰੱਤੇ ਹੋਏ ਅਸੀਂ ਖੱਟੀ ਨਹੀਂ ਨਾ ਖੱਟ ਰਹੇ, ਉਹ ਜਿਹੜੇ ਖੱਟ ਕੇ ਚਲੇ ਗਏ ਉਹ ਤਾਂ ਜੀਵਨ ਹੀ ਆਪਣਾ ਸਫਲ ਕਰਕੇ ਚਲੇ ਗਏ। ਆ ਮੇਰਾ ਕਹਿਣ ਤੋਂ ਭਾਵ ਹੈ ਕਿ ਅਸੀਂ ਜਦੋਂ ਇਹ ਟਾਈਮ ਹੁੰਦਾ, ਸਮਾਂ ਹੁੰਦਾ ਗੁਰਮੁਖ, ਉਦੋਂ ਗਵਾ ਲੈਂਦੇ ਹਾਂ, ਹੱਥੋਂ ਨਿਕਲ ਜਾਂਦਾ ਟਾਈਮ, ਫਿਰ ਬਾਅਦ ਵਿੱਚ ਭਲਾ ਆਪਾਂ ਕੀ ਕਹਿੰਦੇ ਹਾਂ। ਮੰਨ ਲਓ ਹਰ ਚੀਜ਼ ਦਾ, ਮੈਨੂੰ ਇਹ ਨਹੀਂ ਕਹਿਣ ਲੱਗਾ ਕਿ ਨਾਮ ਦਾ ਬਾਣੀ ਦਾ ਕੋਈ ਸਮਾਂ ਹੁੰਦਾ ਵੀ ਆਪਾਂ ਉਸ ਸਮੇਂ 'ਚ ਬੰਨੇ ਜਾਣਾ, ਪਰ ਇੱਕ ਇਹ ਟਾਈਮ ਹੈ ਉਹ ਕਹਿਣ ਲੱਗਾ ਵੀ ਜਦੋਂ ਮਨੁੱਖ ਦੇ ਕੋਲੇ ਸਾਰੀਆਂ ਸਰੀਰਕ ਇੰਦਰੀ ਵੀ ਕੰਮ ਕਰਦੇ ਹੁੰਦੇ, ਉਦੋਂ ਮੰਨ ਲਓ ਜਦੋਂ ਅਸੀਂ ਦੇਖ ਵੀ ਸਕਦੇ ਹਾਂ, ਬੋਲ ਵੀ ਸਕਦੇ ਹਾਂ, ਸੁਣ ਵੀ ਸਕਦੇ ਹਾਂ, ਹੱਥ ਪੈਰ ਕੰਮ ਵੀ ਕਰਦੇ ਹੈ, ਸੁਰਤ ਵੀ ਕੰਮ ਕਰਦੀ ਹੈ, ਉਦੋਂ ਸੇਵਾ ਜਾਂ ਸਿਮਰਨ ਜਾਂ ਬਾਣੀ ਪੜ੍ਹਨੀ, ਤੇ ਇਹੀ ਚੀਜ਼ ਨੂੰ ਤੁਸੀਂ ਮੁੜ ਕੇ ਢਕਾ ਲਓ ਬਜ਼ੁਰਗੀ ਦੇ ਨਾਲ। ਜਦੋਂ ਦਿਸਦਾ ਨਹੀਂ, ਸੁਣਦਾ ਨਹੀਂ, ਬੋਲ ਨਹੀਂ ਸਕਦੇ, ਹੁਣ ਤਾਂ ਕਹੋ ਕਿ ਬਾਪੂ ਨੂੰ ਤੂੰ ਵਾਹਿਗੁਰੂ ਕਹਿ, ਮੂੰਹ 'ਚ ਦੰਦ ਕੋਈ ਨਹੀਂ, ਮੂੰਹ 'ਚ ਦੰਦ ਕੋਈ ਨਹੀਂ, ਕਹਿ ਵਾਹਿਗੁਰੂ ਕਹਿਣਾ, ਉਹ ਵਾਹਿਗੁਰੂ ਥਾਂ ਤੇ ਵਾਹਿਗੁਰੂ ਕਹੇਗਾ, ਗੁਰੂ ਤੇ ਨਿਕਲਣਾ ਕੋਈ ਨਹੀਂ ਉਦੋਂ। ਉਹਨੂੰ ਕਹਿਣਗੇ ਰਾਤ ਹੈ, ਬਾਪੂ ਦਿਨ ਸਮਝੀ ਜਾਣਾ ਕਿਉਂਕਿ ਬੋਲਾ ਹੋ ਚੁੱਕਿਆ ਹੈ। ਉਹਨੂੰ ਸ਼ਬਦ ਕੋਈ ਕਹਿਣਗੇ, ਸੁਣੇਗਾ ਕੋਈ। ਜਿਹਨੂੰ ਇਹ ਕਹਿ ਲੋ ਕਿ ਭਗਤ ਜੀ ਕਹਿੰਦੇ ਨੈਣੋ ਨੀਰ ਬਹਿ ਤਨ ਕੀਨਾ, ਉਸ ਵੇਲੇ ਕੁਝ ਨਹੀਂ ਹੋਣਾ। ਨੈਣੋ ਨੀਰ ਬਹਿ ਤਨ ਕੀਨਾ ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੈ ਪ੍ਰਾਨੀ। ਹੁਣ ਕੀ ਕਰ ਲਏਗਾ ਪ੍ਰਾਣੀ ਜਦੋਂ ਗਲੇ 'ਚੋਂ ਆਵਾਜ਼ ਨਹੀਂ ਨਿਕਲਦੀ, ਸੁਣਿਆ ਜਾ ਨਹੀਂ ਰਿਹਾ, ਬੋਲਿਆ ਨਹੀਂ ਜਾ ਰਿਹਾ, ਚੱਲਿਆ ਨਹੀਂ ਜਾ ਰਿਹਾ, ਹੋਰ ਤੂੰ ਕੀ ਕਰ ਲਏਗਾ ਜਦੋਂ ਟਾਈਮ ਸਮਾਂ ਸੀ ਤੁਸੀਂ ਗਵਾ ਦਿੱਤਾ। ਤੇ ਗਵਾਇਆ ਕਿਵੇਂ? ਉਹ ਸ਼ਲੋਕ ਪੂਰਾ ਕਰਦੇ ਆ ਕਿ ਕਬੀਰ ਜਹ ਕਰ ਕਥਾ ਹੋਤ ਹਰ ਸੰਤਨ, ਇਹ ਕਬੀਰ ਸਾਹਿਬ ਦਾ ਸ਼ਬਦ ਹੈ, ਜਹ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ। ਇਸ ਜਿਹਦੇ 'ਚ ਅਸੀਂ ਮਸਤ ਰਹੇ, ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਗਾ, ਇਹਦੇ 'ਚ ਅਸੀਂ ਮਸਤ ਰਹੇ। ਲੰਪਟ ਦਾ ਮਤਲਬ ਹੋ ਗਿਆ ਵਿਸ਼ਈ ਨਸ਼ਈ ਕੁਰਾਹੇ ਪਏ ਹੋਏ ਲੋਕ ਜਿਹੜੇ ਸੀ, ਉਹਦੀ ਸੰਗਤ ਕਰਦੇ ਰਹੇ। ਲੰਪਟ ਚੋਰ ਦੂਤ, ਦੂਤਾਂ ਨਾਲ, ਚੋਰਾਂ ਨਾਲ, ਨਸ਼ਈਆਂ ਨਾਲ, ਵਿਸ਼ਈਆਂ ਨਾਲ, ਉਦੋਂ ਮਨ ਉਧਰ ਲੱਗਾ ਰਿਹਾ। ਜਦੋਂ ਇਹ ਖੱਟੀ ਖੱਟਣ ਦਾ ਟਾਈਮ ਸੀ ਉਧਰ ਲੱਗੇ ਰਹੇ, ਉਦੋਂ ਕੁਝ ਨਾ ਕੀਤਾ, ਬੰਦੇ ਦੇ ਉੱਤੋਂ ਫਿਰ ਟਾਈਮ ਨਿਕਲ ਗਿਆ। ਤੇ ਮੈਂ ਤਾਂ ਕਹਿਣ ਲੱਗਿਆ ਸਮਾਂ ਹੁੰਦਾ। ਮੰਨ ਲਓ ਕਿਸੇ ਨੂੰ ਤੁਸੀਂ 15 ਸਾਲ ਦੀ ਉਮਰ 'ਚ ਸਕੂਲ ਲੈ ਜਾਓ ਤੇ ਕਹੋ ਜੀ ਇਹਨੂੰ ਅਸੀਂ ਅੱਜ ਦਾਖਲ ਕਰਾਉਣ ਵਾਸਤੇ ਲੈ, ਤੇ ਭਲਾ ਕੀ ਕਹਿਣਗੇ ਅੱਗੋਂ? ਕਹਿਣਗੇ ਟਾਈਮ ਹੀ ਨਿਕਲ ਗਿਆ ਹੁਣ ਤੇ ਇਹਦਾ। ਇਹੀ ਸ਼ਬਦ ਵਰਤਣਗੇ ਨਾ, ਸਮਾਂ ਨਿਕਲ ਗਿਆ ਵੀ ਇਹਦਾ। ਹਾਂ ਠੀਕ ਹੈ, ਆਪਾਂ ਕਹਿ ਸਕਦੇ ਵੀ ਉਹਨੂੰ ਪ੍ਰਾਈਵੇਟ ਪੜ੍ਹਾ ਕੇ ਦੇ, ਪਰ ਉਹ ਗੱਲ ਨਹੀਂ ਬਣਨੀ, ਬੇਸ ਨਹੀਂ ਬਣਨਾ। ਉਹ ਜਿਹੜੀ ਡਿਗਰੀ ਮੈਨੂੰ ਜਿਹੜਾ ਸ਼ੁਰੂਆਤ, ਜਿਵੇਂ ਇੱਥੇ 6ਵੀਂ ਆਪਾਂ ਕਹਿੰਦੇ 6 ਸਾਲ ਦਾ ਬੱਚਾ ਲੈਂਦੇ, ਚਲੋ ਇੰਡੀਆ 3-4 ਸਾਲ ਦਾ ਸ਼ੁਰੂ ਕਰ ਲੈਂਦੇ ਆ, ਤੁਸੀਂ 8 ਸਾਲਾਂ ਬਾਅਦ ਲੈ ਜਾਓ ਉਹਨੂੰ, ਅਸੀਂ ਬੱਚੇ ਨੂੰ ਦਾਖਲ ਕਰਾਉਣਾ ਹੈ, ਅਗਲੇ ਕਹਿਣਗੇ ਉਮਰ ਨਿਕਲ ਗਈ ਇਹਦੀ। ਮਹਾਰਾਜ ਜੀ ਕਹਿ ਰਹੇ ਨੇ ਬਾਬਾ ਫਰੀਦ ਸਾਹਿਬ ਜੀ ਖੱਟੀ ਖੱਟਣ ਦਾ ਟਾਈਮ ਸੀ, ਉਦੋਂ ਤੇ ਹੋਰ ਹੀ ਕੰਮਾਂ 'ਚ ਮਸਤ ਰਿਹਾ। ਉਦੋਂ ਸੁਣਦਾ, ਉਦੋਂ ਕਹਿੰਦਾ ਸੀ ਇਹ ਜੱਗ ਮਿੱਠਾ ਅੱਗੇ ਕਿਤੇ ਡਿੱਠਾ, ਇਹ ਬਾਬੇ ਦੇ ਐਵੇਂ ਡਰਾਈ ਜਾਂਦੇ ਆਪਾਂ ਨੂੰ, ਆਹ ਟਾਈਮ ਮਿਲਿਆ ਰਮਾਨਾ, ਖਾਓ ਪੀਓ ਮੌਜਾਂ ਮਾਣੋ ਐਸ਼ ਕਰੋ, ਕਿਹੜਾ ਬਾਰ-ਬਾਰ ਹੋਣਾ ਦੁਨੀਆ ਤੇ। ਆਹੀ ਬੰਦਾ ਗੱਲਾਂ ਕਰਦਾ ਨਾ ਵੀ 4 ਦਿਨ ਜ਼ਿੰਦਗੀ ਮਿਲੀ ਹੈ, ਐਸ਼ ਕਰੋ ਮੌਜਾਂ ਮਾਣੋ। ਮਹਾਰਾਜ ਕਹਿੰਦੇ ਮਾਣ ਲੈ ਮੌਜਾਂ, ਕਦੋਂ ਗੁਰੂ ਡੱਕਦਾ ਸਾਨੂੰ? ਵੇਖੋ ਬੰਦਾ ਸੁਤੰਤਰ ਹੈ ਨਾ, ਕਦੀ ਕਿਸੇ ਨੂੰ ਰੋਕਿਆ? ਗੁਰੂ ਕਦੀ ਕਹਿੰਦਾ ਵੀ ਸਾਨੂੰ ਧੱਕੇ ਨਾਲ ਕੁਝ ਨਹੀਂ। ਗੁਰੂ ਕਹਿੰਦਾ ਮੈਂ ਤੈਨੂੰ ਇੱਕ ਰਸਤਾ ਦੇ ਦਿੱਤਾ ਹੈ। ਇੱਕ ਵਚਨ ਚਲੋ ਚੇਤੇ ਆ ਗਿਆ ਕਿ ਇਹ ਜਿਹੜੀ ਕਿਰਪਾ ਵਰਤਦੀ ਹੈ ਨਾ, ਇਹ ਵੀ ਗੁਰਮੁਖੋ ਭਾਗਾਂ ਤੋਂ ਬਿਨਾਂ ਨਹੀਂ ਜੇ ਖੇਡ ਬਣਦੀ। ਮਾਰੂ ਰਾਗ ਵਿੱਚ ਸਹਿਜ ਪਾਠ ਕਰਦਿਆਂ ਪੰਕਤੀਆਂ ਮੇਰੇ ਸਾਹਮਣੇ ਆਈਆਂ, ਬੜਾ ਪਿਆਰਾ ਵਚਨ ਲੱਗਿਆ। ਮਹਾਰਾਜ ਕਹਿੰਦੇ ਕਥੜੀਆਂ, ਇਹ ਮਾਰੂ ਰਾਗ ਦੇ ਵਿੱਚ ਆਇਆ, ਕਥੜੀਆਂ ਸੰਤਾਂ, ਉਹ ਰੱਬ ਦੇ ਪਿਆਰਿਆਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ, ਗੁਰੂ ਨੇ, ਰਹਿਬਰਾਂ ਨੇ, ਪੀਰਾਂ ਪਕੰਬਰਾਂ ਨੇ, ਧਾਰਮਿਕ ਪੁਰਸ਼ਾਂ ਨੇ ਇੱਕ ਲੋਕਾਂ ਨੂੰ ਸਿੱਖਿਆ ਦਿੱਤੀ। ਕਥੜੀਆਂ ਮੈਨੇ ਕਹਿਣਾ, ਕਥੜੀਆਂ ਸੰਤਾਂ। ਤੇ ਮਹਾਰਾਜ ਕਹਿੰਦੇ ਜਿਹੜੀ ਇਹ ਕਥੀਆਂ ਸੀ ਇਹ ਕੀ ਕਰਦੀਆਂ ਸੀ? ਤੇ ਸਿਖਾਊ ਪੰਦੀਆਂ। ਪੰਦੀਆਂ ਦਾ ਮਤਲਬ ਰਸਤੇ ਤੇ ਤੁਰਨ ਵਾਲੇ। ਉਹ ਰੱਬ ਦੇ ਪਿਆਰਿਆਂ ਦੀਆਂ ਕਈਆਂ ਹੋਈਆਂ ਗੱਲਾਂ ਸੁੱਖ ਦੇਣ ਵਾਲੀਆਂ ਹੁੰਦੀਆਂ ਜੇ। ਗੁਰੂ ਦੀਆਂ ਕਈਆਂ ਗੱਲਾਂ, ਭਗਤਾਂ ਦੀਆਂ ਕਈਆਂ ਗੱਲਾਂ, ਗੁਰਮੁਖਾਂ ਦੀਆਂ ਕਈਆਂ ਗੱਲਾਂ, ਗੁਰੂ ਦੇ ਬਚਨ ਇਹ ਜ਼ਿੰਦਗੀ 'ਚ ਸੁੱਖ ਦੇਣ ਵਾਲੇ ਹੁੰਦੇ। ਕਥੜੀਆਂ ਸੰਤਾਂ, ਸੰਤਾਂ ਦਾ ਮਤਲਬ ਰੱਬ ਦੇ ਪਿਆਰਿਆਂ ਭਗਤਾਂ ਨੇ। ਕਥੜੀਆਂ ਸੰਤਾਂ ਉਹਨਾਂ ਨੇ ਕਥੀਆਂ ਤੇ ਸਿਖਾਊ ਪੰਦੀਆਂ, ਉਹ ਸੁੱਖ ਦੇਣ ਵਾਲੀਆਂ ਸੀ ਇਸ ਰਸਤੇ ਤੇ ਤੁਰਨ ਵਾਲਿਆਂ ਦੀਆਂ। ਪਰ ਮਹਾਰਾਜ ਕਹਿੰਦੇ ਨਾਨਕ ਲੱਦਲੀਆਂ ਤਿੰਨਾਂ। ਲੱਦਲੀਆਂ ਦਾ ਮਤਲਬ ਉਹਨਾਂ ਨੂੰ ਲੱਭ ਗਈਆਂ ਏ, ਉਹਨਾਂ ਨੂੰ ਪਤਾ ਲੱਗ ਗਿਆ ਜਿੰਨਾ ਭਾਗ ਮਥਾੜ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਭਾਗ ਸੀ ਨਾ ਉਹਨੂੰ ਲੱਭ ਗਏ ਗੁਰੂ ਦੇ ਬਚਨ, ਦੂਜੇ ਤੇ ਗਵਾ ਕੇ ਇਨਾਈ ਚਲੇ ਗਏ। ਅੱਜ ਦਾ ਸ਼ਲੋਕ ਬਾਬਾ ਫਰੀਦ ਸਾਹਿਬ ਦਾ ਇਹ ਕਹਿ ਰਿਹਾ ਹੈ ਕਿ ਫਰੀਦਾ ਜਾ ਤਉ ਖੱਟਣ ਵੇਲ,
ਵੇਲ ਦਾ ਮਤਲਬ ਮੈਂ ਜਿਵੇਂ ਪਹਿਲਾਂ ਕਿਹਾ ਕਿ ਵੇਲਾ ਸਮਾਂ ਟਾਈਮ ਸੀ। ਖੱਟਣ ਦਾ ਮਤਲਬ ਹੋ ਗਿਆ ਖੱਟੀ ਖੱਟਣ ਦਾ ਸੀ, ਤੇ ਜ਼ਿਕਰ ਕਰ ਲਿਆ ਵੀ ਪਰਮਾਤਮਾ ਵਾਹਿਗੁਰੂ ਦੀ ਨਾਮ ਰੂਪੀ, ਸੇਵਾ ਰੂਪੀ, ਦਇਆ ਰੂਪੀ, ਧਰਮ ਰੂਪੀ, ਸ਼ੁਭ ਕਰਮਾਂ ਰੂਪੀ ਖੱਟੀ ਖੱਟਣ ਦਾ ਟਾਈਮ ਸੀ, ਵੇਲਾ ਸੀ। ਜਾਂ ਤੋਂ ਖੱਟਣ ਵੇਲ ਤਾਂ ਤੂੰ ਉਦੋਂ ਤੂੰ ਰੱਤਾ ਦੁਨੀ ਸਿਓ ਦੁਨੀਆ 'ਚ ਮਸਤ ਸੀ, ਦੁਨੀਆਦਾਰੀ 'ਚ ਮਸਤ ਸੀ, ਵਿਕਾਰਾਂ 'ਚ ਮਸਤ ਸੀ, ਬੁਰਾਈਆਂ 'ਚ ਮਸਤ ਸੀ, ਨਸ਼ਿਆਂ 'ਚ ਮਸਤ ਸੀ, ਬੇਵਿਚਾਰਾਂ 'ਚ ਮਸਤ ਸੀ। ਇਹ ਸਾਰਾ ਕੁਝ ਉਹਦੇ 'ਚ ਆ ਜਾਂਦਾ। ਉਦੋਂ ਤੂੰ ਮਸਤ ਸੀ ਇਹਨਾਂ ਚੀਜ਼ਾਂ ਵਿੱਚ, ਮਸਤ ਬਣਿਆ ਫਿਰਿਆ ਉਦੋਂ। ਬਾਬਾ ਫਰੀਦ ਸਾਹਿਬ ਕਹਿ ਰਹੇ, ਜਾ ਤੋਂ ਖੱਟਣ ਵੇਰ ਤਾ ਤੂੰ ਰੱਤਾ ਦੁਨੀ ਸਿਓ, ਤੂੰ ਮਸਤ ਰਿਹਾ ਪਰ ਮਰਗ ਸਵਾਈ ਨੀ। ਮੌਤ ਤਾਂ ਆ ਹੀ ਗਈ ਨਾ, ਉਹਨੇ ਤੇ ਲਿਹਾਜ਼ ਕੋਈ ਨਹੀਂ ਸੀ ਰੱਖਣਾ। ਉਹਨੇ ਇਹ ਨਹੀਂ ਸੀ ਕਹਿਣਾ ਵੀ ਚਲੋ ਹੁਣ ਨਹੀਂ ਖੱਟੀ ਖੱਟੀ ਤੇ ਕੋਈ ਨਹੀਂ ਐਂਡ ਵਾਲੇ ਟਾਈਮ ਤੇ ਖੱਟੀ ਖੱਟਣ ਦਾ ਟਾਈਮ ਦੇ ਦਿੰਦੀ। ਕਬੀਰ ਸਾਹਿਬ ਜੀ ਕਹਿੰਦੇ ਕਈ ਵਾਰ ਬੰਦਾ ਨਾ ਬੜੇ ਦਾ ਪੇਜ ਖਿੱਚਦਾ ਹੈ, ਖੇਡਦਾ ਹੈ, ਧਰਮ ਵਾਲੇ ਬੰਦੇ ਵੀ ਖੇਡਦਾ ਜੀ। ਕਬੀਰ ਸਾਹਿਬ ਕਹਿੰਦੇ ਬੰਦੇ ਦਾ ਅੰਤ ਸਮਾਂ ਆਇਆ ਤੇ ਇਹ ਜਿਹੜੇ ਕੋਈ ਸ਼ਬਦ ਹੁੰਦੇ ਆ ਨਾ, ਇਹ ਕਹੇ ਹੁੰਦੇ ਆ, ਇਹ ਉਹ ਕਹਿ ਲਓ ਵਿਅੰਗ ਵਿੱਚ ਹੁੰਦਾ, ਇਸ ਤਰ੍ਹਾਂ ਨਹੀਂ, ਪਰ ਵਿਅੰਗ ਕੱਸਿਆ ਜਾਂਦਾ ਹੈ। ਵਿਅੰਗ ਰਾਹੀਂ ਗੱਲ ਸਮਝਾਈ ਜਾਂਦੀ ਬੰਦੇ ਨੂੰ। ਇੱਕ ਵਿਅੰਗ ਕੱਸਿਆ ਕਬੀਰ ਸਾਹਿਬ ਨੇ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ ਦੀ ਮੈਂ ਗੱਲ ਕਰਨ ਲੱਗਿਆ। ਜਦੋਂ ਐਂਡ ਸਮਾਂ ਐਂਡ ਦਾ ਆ ਗਿਆ, ਕਬੀਰ ਸਾਹਿਬ ਜੀ ਕਹਿੰਦੇ ਨੇ ਜੰਮ ਲੈਣ ਵਾਸਤੇ ਆਏ, ਵਿਅੰਗ ਕੱਸਦੇ ਨੇ, ਕਹਿੰਦੇ ਜੰਮ ਲੈਣ ਆਏ ਤੇ ਇਹ ਬੰਦਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬੜੀ ਛੇਤੀ ਆ ਗਏ ਹੋ। ਉਹ ਕਹਿੰਦੇ ਅਸੀਂ ਛੇਤੀ ਨਹੀਂ ਆਏ, ਤੂੰ ਦੁਨੀਆ 'ਚ ਮਸਤ ਸੀ। ਅਸੀਂ ਛੇਤੀ ਨਹੀਂ ਆਏ, ਅਸੀਂ ਦਿੱਤੇ ਟਾਈਮ ਮੁਤਾਬਕ ਆ ਗਏ ਹਾਂ। ਤੂੰ ਦੁਨੀਆਦਾਰੀ 'ਚ ਮਸਤ ਸੀ, ਤੈਨੂੰ ਸਾਡਾ ਚੇਤਾ ਭੁੱਲ ਗਿਆ, ਅਸੀਂ ਤਾਂ ਟਾਈਮ ਪੂਰੇ ਨਾਲ ਹੀ ਆਏ ਹਾਂ। ਉਹਨੇ ਕਿਹਾ ਤੁਸੀਂ ਬੜੀ ਛੇਤੀ ਆ ਗਏ ਹੋ। ਅਜੇ ਤਾਂ ਆਪਾਂ ਵੇਖੋ 100 ਸਾਲ ਦੀ ਉਮਰ 'ਚ ਵੀ ਬੰਦਾ ਜਾ ਕੇ ਭਲਾ ਕੀ ਕਹਿੰਦਾ, ਉਹ ਕਹਿੰਦਾ ਇਹ ਤੇ ਕੱਲ੍ਹ ਦੀਆਂ ਗੱਲਾਂ ਸੀ। 100 ਸਾਲ ਵੀ ਜਾ ਕੇ ਕਹਿੰਦਾ ਕੱਲ੍ਹ ਦੀਆਂ ਗੱਲਾਂ ਸੀ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮਰਗ ਸਵਾਈ ਨੀ, ਉਹ ਨੀਂਹ ਪੱਕੀ ਹੁੰਦੀ ਗਈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੀਂਹ ਪੱਕੀ ਹੁੰਦੀ ਜਾ ਰਹੀ ਹੈ ਤੇ ਚਲਾਕੀਆਂ ਕੀ ਖੇਡਦਾ ਹੈ। ਉਹ ਲੈਣ ਵਾਸਤੇ ਆਏ ਜਿਹੜੇ ਸੀ, ਉਹਨਾਂ ਨੂੰ ਕਹਿੰਦਾ ਵੀ ਇਦਾਂ ਕਰੋ, ਹਿਸਾਬ ਕਿਤਾਬ ਕੋਈ ਰਹਿੰਦਾ ਟਾਈਮ ਨਾ ਦੇ ਦਿਓ ਕਿ ਰਹਿਣ ਵਾਸਤੇ ਮੈਨੂੰ। ਉਹ ਕਹਿੰਦੇ ਕਿੰਨਾ ਕੁ ਚਾਹੀਦਾ, ਕਹਿੰਦਾ ਇੱਕ ਰਾਤ ਹੀ ਦੇ ਦਿਓ। ਉਹ ਕਹਿੰਦੇ ਵੀ ਇੱਕ ਰਾਤ ਤੂੰ ਕੀ ਕਰ ਲੈਗਾ, ਇੱਕ ਪਹਿਰ ਜਾਂ 2 ਪਹਿਰ ਜਾਂ 4 ਪਹਿਰ, ਕੁਝ ਘੰਟੇ ਮੈਨੂੰ ਟਾਈਮ ਦੇ ਦਿਓ। ਕਬੀਰ ਸਾਹਿਬ ਕਹਿੰਦੇ ਪੁੱਛਦੇ ਵੀ ਤੂੰ ਕਰੇਗਾ ਕੀ, ਜਿਹੜਾ ਟਾਈਮ ਮੰਗਦਾ ਕੀ ਕਰਨਾ, ਜੇ 100 ਸਾਲ ਜੀ ਕੇ ਤੂੰ ਉਹ ਨਹੀਂ ਕੀਤਾ, ਹੁਣ ਕੀ ਕਰਨਾ ਹੀ। ਉਹਨਾਂ ਦੇ ਭਾਣੇ ਸ਼ਾਇਦ ਕਹਿੰਦਾ ਵੀ ਰੱਬ ਦਾ ਨਾਮ ਲੈ ਲੂੰਗਾ 2-4 ਮਿੰਟ। ਉਹ ਕਹਿੰਦਾ ਵੀ ਇਦਾਂ ਕਰੋ, ਮੈਂ ਨਾ ਵਹੀ ਖਾਤਾ ਜਿਹੜਾ ਮੇਰਾ ਉਹਦੇ ਵਿੱਚ ਵੀ ਵੇਖਿਆ, ਮੈਂ ਉਹਦਾ ਹਿਸਾਬ ਕਿਤਾਬ ਬੜਾ ਲੋਕਾਂ ਨੂੰ ਰਹਿੰਦਾ ਦੇਣ ਲੈਣ ਵਾਲਾ। ਲੈਣ ਵਾਲਾ ਹੀ ਵੈਸੇ, ਦੇਣ ਵਾਲਾ ਕੌਣ ਦਿੰਦਾ ਹੁੰਦਾ, ਲੈਣ ਵਾਲਾ ਹੀ। ਉਹਨੇ ਕਿਹਾ ਹਿਸਾਬ ਕਿਤਾਬ ਬੜਾ ਰਹਿੰਦਾ ਤੇ ਤੁਸੀਂ ਮੈਨੂੰ ਟਾਈਮ ਦੇ ਦਿਓ ਤੇ ਮੈਂ ਉਹਦੇ ਵਿੱਚ ਆਪਣਾ ਹਿਸਾਬ ਕਿਤਾਬ ਲੋਕਾਂ ਤੋਂ ਲੈ ਲਵਾਂ। ਉਹ ਕਹਿੰਦੇ ਟਾਈਮ ਹਿਸਾਬ ਕਿਤਾਬ ਲੈਣ ਦਾ ਨਹੀਂ ਹੈ। ਅਸੀਂ ਕਿਹਾ ਸ਼ਾਇਦ ਰੱਬ ਦੇ ਘਰ ਦੀ ਗੱਲ ਕਰਨ ਲੱਗਾ, ਤਾਂ ਐਂਡ ਵਾਲੇ ਮੌਕੇ ਤੇ ਜਾ ਕੇ ਵੀ ਕਹਿੰਦਾ ਹਿਸਾਬ ਕਿਤਾਬ ਲੈਣਾ ਹੈ, ਥੋੜਾ ਜਿਹਾ ਟਾਈਮ ਦੇ ਦਿਓ। ਚਲਾਕੀਆਂ ਕੀ ਖੇਡਦਾ ਬੰਦਾ। ਕਹਿੰਦਾ ਵੀ ਇਦਾਂ ਕਰੋ, ਜੇ ਤੁਸੀਂ ਮੈਨੂੰ 4 ਪਹਿਰ ਦੇ ਦਿਓਗੇ ਨਾ ਤੇ ਜਿੰਨਾ ਹਿਸਾਬ ਕਿਤਾਬ ਕਰਕੇ ਜੋ ਕੁਝ ਮੈਂ ਲਿਆਉਣਾ ਅੱਧਾ ਤੁਹਾਨੂੰ ਦੇ ਦਿਆਂਗਾ। ਉਧਰ ਵੀ ਬੰਦਾ ਚਲਾਕੀ ਖੇਡਦਾ ਵੀ ਜੇ ਇੱਥੇ ਹਿਸਾਬ, ਉਹ ਕਹਿੰਦਾ ਜਿੰਨਾ ਮੈਂ ਲਿਆਵਾਂਗਾ ਨਾ ਉਹਦੇ ਵਿੱਚ ਅੱਧਾ ਤੁਹਾਨੂੰ ਦਿੱਤਾ, ਕਿਉਂਕਿ ਸਾਰਾ ਜਾਂਦਾ ਦੇਖੀ ਅੱਧਾ ਦਈਏ ਲਟਾਓ ਨੇ ਕਹਿੰਦੇ ਸਾਰਾ ਚੱਲ ਜੂ, ਅੱਧਾ ਇਹਨਾਂ ਨੂੰ ਦੇਣ ਨਾਲ ਮੇਰਾ ਜੋ ਫਾਇਦਾ ਹੋ ਜਾਏ। ਇਹਦਾ ਮਤਲਬ ਉਹ ਜਿਹੜੇ ਆਏ ਲੈਣ ਵਾਸਤੇ ਜਿਹਨੂੰ ਅਸੀਂ ਜੰਮ ਸ਼ਬਦ ਵੀ ਕਹਿੰਦੇ ਆ, ਉਹਨਾਂ ਨੂੰ ਵੀ ਕਹਿੰਦਾ ਜੇ ਤੁਸੀਂ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਤੇ ਮੈਂ ਤੁਹਾਨੂੰ ਉਸ ਖੱਟੀ ਵਿੱਚੋਂ ਕੁਝ ਦੇ ਦਿਆਂਗਾ ਹਿੱਸਾ, ਤੇ ਤੁਸੀਂ ਮੈਨੂੰ ਉਹ ਵੀ ਕਹਿੰਦਾ ਵੀ ਮੈਂ ਤੁਹਾਨੂੰ ਇਹ ਗੱਲ ਰਿਸ਼ਵਤ ਦੇ ਰਿਹਾ ਹੈ ਵੀ ਥੋੜਾ ਜਿਹਾ ਟਾਈਮ ਦੇ ਦਿਓ। ਕਬੀਰ ਸਾਹਿਬ ਕਹਿੰਦੇ, ਉਹ ਕਹਿੰਦੇ ਇੱਥੇ ਕੁਝ ਨਹੀਂ ਚੱਲਦਾ, ਅਸੀਂ ਨਹੀਂ ਕੋਈ। ਹੁਣ ਸ਼ਬਦ ਉਹ ਕੀ ਹੈ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਬੰਦਾ ਆਇਆ ਸੰਸਾਰ ਤੇ, ਉਹਨੂੰ ਲੈਣ ਵਾਸਤੇ ਜੰਮ ਆਉਂਦੇ ਨੇ। ਉਹ ਕਹਿੰਦਾ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ। ਮੰਗਦਾ ਉਹਨਾਂ ਦੇ ਕੋਲ, ਚਲੋ ਸ਼ਤਾਬ ਦੀਵਾਨ ਬੁਲਾਇਆ, ਚੱਲ ਹਰਦਾਰ ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ ਸੀ, ਉੱਥੋਂ ਆਏ ਫਰਮਾਨ ਲੈ ਕੇ ਤੈਨੂੰ ਲੈ ਕੇ ਚੱਲੇ ਆ। ਉਹ ਕਹਿੰਦਾ ਕਰੋ ਅਰਦਾਸ ਗਾਮ ਕਿਛ ਬਾਕੀ, ਗਾਮ ਦਾ ਮਤਲਬ ਪਿੰਡ। ਕਹਿੰਦਾ ਮੇਰੇ ਥੋੜੇ ਜਿਹੇ ਪਿੰਡ ਰਹਿੰਦੇ ਪੈਸੇ ਕਰਾਉਣ ਵਾਲੇ, ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ, ਇੱਕ ਰਾਤ ਦੇ ਦਿਓ ਮੈਂ ਸਾਰਾ ਹਿਸਾਬ ਕਿਤਾਬ ਕਰ ਲਵਾਂ, ਕੁਝ ਵੀ ਖਰਚ ਤੁਹਾਰਾ ਸਾਰੂ। ਕਹਿੰਦਾ ਜੇ ਥੋੜੇ ਬਾਅਦ ਤੁਹਾਨੂੰ ਲੋੜ ਹੈ ਮੈਂ ਵੀ ਦੇ ਦਿਆਂਗਾ। ਫਿਰ ਧਰਮੀ ਐਡਾ ਬਣਦਾ, ਕਹਿੰਦਾ ਸੁਬਹ ਨਵਾਜ਼ ਸਰਾਏ ਗੁਜ਼ਾਰੂ, ਕਹਿੰਦਾ ਨਵਾਜ਼ ਆਪਾਂ ਪੜ੍ਹ ਜਾਂਦੇ ਪੜ੍ਹੀ ਚੱਲਾਂਗੇ, ਨਿਤਨੇਮ ਜਾਂਦੇ ਕਰੀ ਚੱਲਾਂਗੇ ਰਸਤੇ ਵਿੱਚ ਹੀ। ਕਬੀਰ ਸਾਹਿਬ ਕਹਿੰਦੇ ਉਦੋਂ ਕੁਝ ਨਹੀਂ ਹੋਣਾ, ਜਦੋਂ ਤੂੰ ਮੰਗ ਜਾਣਾ ਟਾਈਮ, ਉਦੋਂ ਟਾਈਮ ਕੋਈ ਦਿੱਤਾ ਜਾਣਾ, ਕਿਉਂਕਿ ਮਰਗ ਸਵਾਈ ਨਹੀਂ।
ਉਹ ਨੀਂਹ ਪੱਕੀ ਹੋ ਗਈ ਹੈ, ਪੂਰੀ ਹੋ ਗਈ ਹੈ। ਜਾਂ ਭਰਿਆ ਤਾਂ ਲੱਦਿਆ, ਉਹ ਭਰਿਆ ਗਿਆ ਸੀ, ਲੱਦਿਆ ਗਿਆ ਸੀ, ਹੁਣ ਤਾਂ ਤੁਰਨਾ ਹੀ ਪੈਣਾ, ਇਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਖੱਟੀ ਖੱਟਣ ਦਾ ਟਾਈਮ ਸੀ ਉਦੋਂ ਦੁਨੀਆ 'ਚ ਮਸਤ ਰਿਹਾ। ਮੌਤ ਵਾਲਾ ਟਾਈਮ ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ। ਇੱਕ ਦਿਨ ਉਹ ਪੂਰਾ ਮੁਕੰਮਲ ਹੋ ਗਿਆ। ਅਖੀਰਲਾ ਸਵਾਸ ਜਦੋਂ ਬੰਦਾ ਨਿਕਲਿਆ ਤੇ ਤੁਰ ਗਿਆ। ਇੱਕ ਛੋਟੀ ਜਿਹੀ ਘਟਨਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ, ਕਿਉਂਕਿ ਜਿਹੜਾ ਪ੍ਰਕਰਨ ਚੱਲਦਾ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਗੱਲ ਪੂਰੀ ਪਕੜ 'ਚ ਆ ਜਾਏ ਵੀ ਮੈਂ ਕਹਿਣਾ ਕੀ ਚਾਹੁੰਦਾ ਹਾਂ। ਖੱਟੀ ਖੱਟਣ ਦਾ ਟਾਈਮ ਸੀ, ਨਹੀਂ ਖੱਟੀ। ਮੌਤ ਵੱਧਦੀ ਵੱਧਦੀ ਆਪਣੇ ਪੂਰੇ ਸਮੇਂ ਤੇ ਚਲੇ ਗਈ। ਬੰਦਾ ਫਿਰ ਪਛਤਾਉਂਦਾ ਹੈ। ਇੱਕ ਘਟਨਾ ਅਕਸਰ ਆਮ ਤੌਰ ਤੇ ਕਈ ਵਿਦਵਾਨ ਸੁਣਾਉਂਦੇ ਹੁੰਦੇ ਆ। ਇਹ ਸਿੱਖਿਆ ਦਾ ਕਿ ਸਿਰਫ ਸਾਖੀ ਹੈ ਕਿ ਇੱਕ ਰਾਜਾ ਕਹਿੰਦਾ ਆਪਣੇ ਵਜ਼ੀਰਾਂ ਨੂੰ, ਕਹਿੰਦਾ ਵੀ ਜੇ ਤੁਸੀਂ ਕੋਈ ਮੂਰਖ ਲਿਆਓ ਲੱਭ ਕੇ ਤੇ ਮੈਂ ਸੋਨੇ ਦੀ ਖੁੰਡੀ ਦੇ ਦਿਆਂ। ਇਹ ਪਹਿਲਾਂ ਬਜ਼ੁਰਗ ਪੁਰਾਣੇ ਉਤਰਾ ਵੀ ਕਹਾਣੀ ਸੁਣਾਉਂਦੇ ਹੁੰਦੇ ਸੀ ਵੀ ਉਹ ਕਹਿੰਦਾ ਜੇ ਤੁਸੀਂ ਕੋਈ ਮੂਰਖ ਲਿਆਓ ਤੇ ਮੈਂ ਉਹਨੂੰ ਸੋਨੇ ਦੀ ਖੁੰਡੀ ਦਿਆਂਗਾ। ਗੱਲ ਸਿਰਫ ਸਮਝਣ ਵਾਸਤੇ ਹੀ ਹੈ। ਤੇ ਕਹਿੰਦੇ ਵੀ ਉਹਦੇ ਜਿਹੜੇ ਵਜ਼ੀਰ ਸੀ ਜਾਂ ਜਿੰਨੇ ਸਿਪਾਹੀ ਸੀ ਤੁਰ ਪਏ ਸਾਰੇ। ਇੱਧਰ ਰਾਜਾ ਬਿਮਾਰ ਪੈ ਗਿਆ। ਉਹ ਤੁਰ ਪਏ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਲੱਭੜ ਇੱਕ ਨਾਲ ਗੱਲ ਕਰਦੇ, ਦੂਜੇ ਨਾਲ ਕਰਦੇ, ਤੀਜੇ ਨਾਲ ਕਰਦੇ। ਮੂਰਖ ਤੋਂ ਮੂਰਖ ਵੱਧ ਹੀ ਮਿਲਦਾ ਹੈ। ਉਹ ਘੁੰਮ ਘੁਮਾ ਕੇ ਵਾਪਸ ਆਉਣ ਲੱਗੇ। ਜਦੋਂ ਸੁਨੇਹਾ ਚੱਲਿਆ ਕਿ ਵੀ ਰਾਜਾ ਤੇ ਬਿਮਾਰ ਪੈ ਗਿਆ, ਉਹ ਤੇ ਬਿਲਕੁਲ ਮਰਨ ਕਿਨਾਰੇ ਹੈ, ਵਾਪਸ ਆ ਜਾਓ, ਉਹਦਾ ਕਿਤੇ ਸਵਾਲ ਵਿੱਚ ਹੀ ਨਾ ਰਹਿ ਜਾਏ। ਇਹ ਵਾਪਸ ਆ ਗਏ। ਰਾਜਾ ਬਿਲਕੁਲ ਐਨ ਮਰਨ ਦੇ ਕਿਨਾਰੇ ਤੇ ਹੈ। ਮਰਗ ਸਵਾਈ ਨਹੀਂ, ਜਾਂ ਭਰਿਆ ਤਾਂ ਲੱਦਿਆ। ਉਸ ਵੇਲੇ ਉਹ ਟਾਈਮ ਆ ਗਿਆ। ਉਹਨੇ ਕਿਹਾ ਵੀ ਜਿਹੜੇ ਕੰਮ ਭੇਜਿਆ ਸੀ ਤੁਹਾਨੂੰ, ਉਹਨੇ ਕਿਹਾ ਸਾਨੂੰ ਤੇ ਰਸਤੇ 'ਚ ਸੁਨੇਹਾ ਮਿਲ ਗਿਆ ਵੀ ਤੁਸੀਂ ਬਿਮਾਰ ਬਹੁਤ, ਅਸੀਂ ਵਾਪਸ ਆ ਗਏ ਹਾਂ। ਉਹਨੇ ਕਿਹਾ ਹਾਂ ਮੈਂ ਨਾ ਚੱਲਿਆ ਬੜੀ ਦੂਰ। ਕਹਿੰਦੇ ਜੇ ਚੱਲੇ ਹੋ ਤੇ ਪ੍ਰਬੰਧ ਕੀ ਕਰੀਏ, ਫੌਜਾਂ ਕਿੰਨੀਆਂ ਕੁ, ਘੋੜੇ ਕਿੰਨੇ ਕੁ, ਰਸਤ ਪਾਣੀ ਕਿੰਨਾ ਕੁ ਤਿਆਰ ਕਰੀਏ ਤੇ ਕਿਹੜਾ ਬੰਦਾ ਨਾਲ ਤਿਆਰ ਕਰੀਏ। ਉਹ ਕਹਿੰਦਾ ਕੋਈ ਰਸਤ ਪਾਣੀ ਨਹੀਂ, ਕੋਈ ਘੋੜੇ ਨਹੀਂ, ਕੋਈ ਫੌਜਾਂ ਨਹੀਂ, ਕਿਸੇ ਨੇ ਨਾਲ ਨਹੀਂ। ਜਿਹੜਾ ਸਭ ਤੋਂ ਸਿਆਣਾ ਵਜ਼ੀਰ ਸੀ ਨਾ, ਉਹ ਕਹਿੰਦਾ ਫਿਰ ਮੈਂ ਤਾਂ ਜਾਵਾਂਗਾ ਹੀ ਨਾ, ਮੈਂ ਹੋ ਜਾ ਤਿਆਰ। ਉਹ ਕਹਿੰਦਾ ਤੂੰ ਵੀ ਨਹੀਂ ਜਾਣਾ। ਕਹਿੰਦੇ ਕਮਾਲ ਹੋ ਗਈ ਹੈ, ਅੱਗੇ ਤਾਂ ਮੈਨੂੰ ਕਹਿੰਦੇ ਸੀ ਜਿੱਥੇ ਹੋਰ ਨਾ ਕੋਈ ਜਾਵੇ ਤੂੰ ਜ਼ਰੂਰ ਨਾਲ ਚੱਲ, ਅੱਜ ਮੈਨੂੰ ਵੀ ਨਹੀਂ ਲਿਜਾ ਰਿਹਾ। ਉਹ ਕਿਹੜੀ ਜਗ੍ਹਾ ਜਿੱਥੇ ਮੈਂ ਵੀ ਨਾਲ ਨਹੀਂ ਜਾ ਸਕਦਾ। ਰਾਜਾ ਕਹਿੰਦਾ ਉਹ ਜਗ੍ਹਾ ਉਹ ਹੈ ਜਿੱਥੇ ਕੋਈ ਨਹੀਂ ਜਾ ਸਕਦਾ ਤੇ ਜਿਹੜਾ ਮੈਂ ਸਰੀਰ ਤੁਹਾਨੂੰ ਦਿਸਦਾ ਪਿਆ ਇਹ ਵੀ ਨਹੀਂ ਜਾ ਸਕਦਾ। ਉਹ ਹੈਰਾਨ ਹੋ ਕੇ ਕਹਿਣ ਲੱਗੇ, ਉਹ ਸਿਰਫ ਸਾਖੀਕਾਰ ਸਮਝਾਉਣ ਵਾਸਤੇ ਸਾਖੀਆਂ ਬਣਾਉਂਦੇ ਆ ਵੀ ਬੰਦੇ ਦੇ ਦਿਮਾਗ 'ਚ ਗੱਲ ਬਹਿ ਜਾਏ। ਉਹ ਕਹਿੰਦੇ ਵੀ, ਉਹ ਕਹਿੰਦਾ ਸਰੀਰ ਵੀ ਨਹੀਂ ਨਾਲ ਜਾਣਾ। ਉਹ ਕਹਿੰਦੇ ਫਿਰ ਕਿੱਥੇ ਚੱਲੇ ਹੋ ਤੇ ਕੀ ਚੀਜ਼ ਲੈ ਕੇ ਜਾਣੀ ਸੀ ਉੱਥੇ ਜਿੱਥੇ ਸਰੀਰ ਵੀ ਨਹੀਂ ਜਾਣਾ। ਉਹ ਰਾਜਾ ਕਹਿੰਦਾ ਉੱਥੇ ਜੋ ਲੈ ਕੇ ਜਾਣਾ ਸੀ ਨਾ, ਜਾਂ ਤੋਂ ਖੱਟਣ ਵੇਰ ਤਾਂ ਤੂੰ ਰੱਤਾ ਦੁਨੀ ਸਿਓ। ਆ ਸਾਰੀ ਕੱਲੀ ਨੇ ਸਾਰੀ ਗੱਲ ਕਲੀਅਰ ਕਰ ਦੇਣੀ ਹੈ। ਉਦੋਂ ਕਹਿੰਦਾ ਮੈਂ ਫੌਜਾਂ 'ਚ ਮਸਤ ਰਿਹਾ, ਉਦੋਂ ਮੈਂ ਦੂਜਿਆਂ ਰਾਜਿਆਂ ਦੇਸ਼ਾਂ ਨੂੰ ਆਪਣੇ ਕਬਜ਼ੇ 'ਚ ਕਰਨ ਲਈ ਲੱਗਾ ਰਿਹਾ, ਉਦੋਂ ਮੈਂ ਹੋਰ ਵਿਸ਼ੇ ਵਿਕਾਰਾਂ 'ਚ ਲੱਗਾ ਰਿਹਾ, ਉਦੋਂ ਕੁਝ ਨਾ ਮੈਂ ਕੀਤਾ ਜਦੋਂ ਖੱਟੀ ਕੱਟਣ ਦਾ ਟਾਈਮ ਸੀ। ਉਹ ਕਹਿੰਦੇ ਕੀ ਕਰਨਾ ਸੀ, ਇੰਨਾ ਕੁਝ ਤੁਸੀਂ ਬਣਾ ਲਿਆ। ਉਹਨੇ ਕਿਹਾ ਕਿ ਪਰਮੇਸ਼ਰ ਦਾ ਨਾਮ ਸੀ ਜੋ ਮੈਂ ਤਿਆਰ ਨਹੀਂ, ਉਹ ਮੈਂ ਖੱਟੀ ਨਹੀਂ ਖੱਟੀ ਉਹਦੀ, ਉਹ ਮੇਰੇ ਕੋਲ ਨਹੀਂ ਹੈ। ਉਹ ਸੋਨੇ ਦੀ ਖੁੰਡੀ ਵਜ਼ੀਰ ਉਹਨੂੰ ਦੇ ਕੇ ਕਹਿੰਦਾ ਫਿਰ ਤੇਰੇ ਤੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਹੈ। ਤੂੰ ਰਾਜਾ ਹੋ ਕੇ ਇੰਨਾ ਕੁਝ ਇਕੱਠਾ ਕਰ ਲਿਆ ਤੇ ਜੋ ਨਾਲ ਜਾਣਾ ਸੀ ਉਹ ਕਹਿੰਦਾ ਮੇਰੇ ਪੱਲੇ ਨਹੀਂ ਹੈ, ਫਿਰ ਤੇਰੇ ਤੋਂ ਵੱਡਾ ਮੂਰਖ ਕਿਹੜਾ। ਤੇ ਸੱਚ ਜਾਣੋ ਇਹਦੇ ਉੱਤੇ ਗੁਰਬਾਣੀ ਦੀ ਇੱਕ ਤੁਕ ਵੀ ਢੁਕਦੀ ਜੇ, ਮੂਰਖਾਂ ਸਿਰ ਮੂਰਖ ਹੈ, ਸਭ ਤੋਂ ਵੱਡਾ ਮੂਰਖ ਹੀ ਅਸਲ 'ਚ ਉਹ ਹੈ ਜੇ ਮੰਨੇ ਨਾ ਹੀ ਨਾ। ਜਦੋਂ ਮੈਂ ਇਹ ਕਹਾਣੀ ਪੜ੍ਹੀ ਤੇ ਮੇਰੇ ਸਾਹਮਣੇ ਤੋਕ ਆ ਗਈ ਵੀ ਸੱਚਮੁੱਚ ਤੋਕ ਵੀ ਨਾਲ ਜੋੜਦੀ ਹੈ ਤੇ ਉਹ ਗੱਲ ਨੂੰ ਵੀ ਕਲੀਅਰ ਕਰ ਦਿੰਦੀ ਹੈ। ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾ ਹੀ ਨਾਉ। ਮਾਰ ਕਹਿੰਦੇ ਉਹ ਤੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਵੀ ਜਿਹੜਾ ਇਹ ਸਰੀਰ ਵਿੱਚ ਆਇਆ ਤੇ ਇਹਨੂੰ ਵਿਸ਼ੇ ਵਿਕਾਰਾਂ 'ਚ ਭੋਗ ਕੇ ਤੁਰ ਗਿਆ ਸੰਸਾਰ ਤੋਂ ਤੇ ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ, ਲੱਦ ਕੇ ਤੁਰਨ ਲੱਗਿਆ। ਉਦੋਂ ਕਹਿੰਦਾ ਜੇ ਮੈਂ ਤਾਂ ਨਾਮ ਜਪਣਾ ਸੀ। ਉਹ ਕਹਿੰਦੇ ਹੁਣ ਤੁਰਦਾ ਬਣ, ਹੋਰ ਨਾਮ ਲੱਭਦਾ ਫਿਰਦਾ। ਹੁਣ ਨਹੀਂ, ਉਹ ਟਾਈਮ ਤੂੰ ਲੰਘਾ ਲਿਆ, ਸਮਾਂ ਤੂੰ ਲੰਘਾ ਲਿਆ, ਗਵਾ ਲਿਆ ਆਪਣਾ ਸਾਰਾ ਹੀ ਸਮਾਂ। ਜਦੋਂ ਤੈਨੂੰ ਕਿਹਾ ਜਾਂਦਾ ਸੀ ਤੂੰ ਬਚਨ ਕੋਈ ਮੰਨਿਆ ਨਾ, ਹੁਣ ਟਾਈਮ ਲੰਘਾ ਕੇ ਤੂੰ ਕੀ ਸੋਚਦਾ। ਬਾਬਾ ਫਰੀਦ ਅੱਜ ਕਹਿ ਰਹੇ ਨੇ, ਬਾਬਾ ਫਰੀਦ ਸਾਹਿਬ ਜੀ ਉਹ ਕਹਿ ਰਹੇ ਨੇ ਗੁਰਮੁਖੋ ਟਾਈਮ ਹੈ, ਸਮਾਂ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਉਂ ਕਹਿੰਦੇ ਨੇ ਕਿ ਅਜੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਮਾਰੇ ਕਹਿੰਦੇ ਕੁਛ ਨਹੀਂ ਵਿਗੜਿਆ ਬਈ, ਹੁਣੇ ਹੱਲਾ ਮਾਰ ਕੁਝ, ਹੁਣੇ ਯਤਨ ਕਰ, ਉਦਮ ਕਰ। ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਪਿਆਰਿਓ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਟਾਈਮ ਸੀ, ਸਮਾਂ ਸੀ, ਲੰਘਾ ਕੇ ਸੀ ਚਲੇ ਗਏ ਤੇ ਫਿਰ ਕਰਦੇ ਸੀ ਹੋਰ ਕੁਝ ਰਹੇ। ਹਰ ਧਨ ਅੰਮ੍ਰਿਤ ਵੇਲੇ ਬੰਦੇ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁੱਟੇ ਨਾਹੀਂ। ਉਹ ਪਰਮਾਤਮਾ ਦਾ ਨਾਮ ਰੂਪੀ ਧਨ ਜਿਹਨੂੰ ਕੋਈ ਸੰਨ ਨਹੀਂ ਲਾਈ ਜਾ ਸਕਦੀ, ਜਿਹਨੂੰ ਲੁੱਟ ਕੇ ਕੋਈ ਨਹੀਂ ਲਿਜਾ ਸਕਦਾ, ਇਹ ਨਾਲ ਹੀ ਸਾਡੇ ਪਰਮਾਤਮਾ ਦਾ ਨਾਮ ਜਾਏਗਾ। ਕਿਉਂਕਿ
मारे कहते जे मार के कर जाहे ना कोसा हर का नाम संग तोसा ਉਹਦੇ ਨਾਲ ਹੀ ਰਹਿਣਾ ਨਾ। जह पैंडे मां अंग गुबारा हर का नाम संग उजियारा, ਉਹ ਤੇ परमात्मा ਦਾ ਨਾਮ ਸਾਡੇ ਨਾਲ ਹੀ ਹੋਵੇਗਾ। ਸਰੀਰ ਨਹੀਂ, ਆਤਮਾ ਨਾਲ, ਜਿੰਦ ਨਾਲ परमात्मा ਦਾ ਨਾਮ, ਕਿਉਂਕਿ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਭਾਏ ਨ ਸਾਕੈ ਜਾਲੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਬਾਬਾ ਫਰੀਦ ਸਾਹਿਬ ਜੀ ਨੇ ਅੱਜ ਦੇ ਸ਼ਲੋਕ ਵਿੱਚ ਸਾਨੂੰ ਥੋੜਾ ਜਿਹਾ ਝੰਜੋੜਿਆ ਹੈ, ਹਲੂਣਾ ਦਿੱਤਾ ਹੈ ਕਿ ਭਾਈ ਇਹ ਟਾਈਮ ਜੇ ਸਮਾਂ ਜੇ ਨਿਕਲ ਨਾ ਜਾਏ ਕਿਤੇ ਹੱਥੋਂ, ਸੰਭਾਲ ਲਓ ਜੇ ਸੰਭਾਲਿਆ ਜਾਂਦਾ ਹੈ, ਨਹੀਂ ਤੇ ਉਹ ਦਿਨ ਇੱਕ ਦਿਨ ਆ ਜਾਣਾ ਜਦੋਂ ਦਰਵਾਜ਼ਾ ਖੜਕਾ ਕੇ ਨੇ ਕਹਿਣਾ ਚੱਲ ਤਿਆਰੀ ਕਰ, ਚੱਲ ਚੱਲੀਏ। ਉਦੋਂ ਨਾ ਧਨ ਪੁੱਛੀ ਨਾ ਮਤਾ ਪਕਾਇਆ, ਕਿਸੇ ਦੀ ਸਲਾਹ ਨਹੀਂ ਲੈਣੀ ਉਦੋਂ ਨਹੀਂ ਪੁੱਛਿਆ ਜਾਣਾ, ਕਿਸੇ ਪਰਿਵਾਰ ਦੇ ਜੀ ਦੀ ਕੀ ਸਰੀਰ ਤੋਂ ਵੀ ਨਹੀਂ ਪੁੱਛਿਆ ਜਾਣਾ, ਉਦੋਂ ਕਿਸੇ ਦੀ ਸਲਾਹ ਨਹੀਂ ਲੈਣੀ। ਮਰਗ ਸਮਾਈ ਨੀ ਜਾਂ ਭਰਿਆ ਤਾਂ ਲੱਦਿਆ, ਉਸ ਆਉਣ ਤੋਂ ਪਹਿਲਾਂ ਕੁਝ ਨਾ ਕੁਝ ਖੱਟੀ ਖੱਟ ਕੇ ਪ੍ਰਮਾਤਮਾ ਦੇ ਨਾਮ ਰੂਪੀ ਆਪਣੇ ਪੱਲੇ ਧਨ ਦਾ ਲੈ ਚੱਲੀਏ। ਵਾਹਿਗੁਰੂ ਕਿਰਪਾ ਕਰੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਅਸੀਂ ਜੁੜਦੇ ਹਾਂ ਗੁਰੂ ਚਰਨਾਂ ਵਿੱਚ, ਸੰਗਤ ਕਰਦੇ ਹਾਂ, ਬਸ ਇਹੀ ਸਾਧ ਸੰਗਤ ਜਿਹੜਾ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਨਾ, ਬਸ ਆਹੀ ਕਰਨ ਵਾਸਤੇ ਕਹਿ ਰਿਹਾ ਜੋ ਅਸੀਂ ਕਰ ਰਹੇ ਗੁਰੂ ਚਰਨਾਂ 'ਚ ਬੈਠੇ। ਖੱਟਣ ਦਾ ਵੇਲ ਹੈ, ਇਸ ਵੇਲੇ ਨੂੰ ਸੰਭਾਲ ਰਹੇ ਹਾਂ, ਸੰਭਾਲੀਏ ਆਪਣੀ ਜ਼ਿੰਦਗੀ 'ਚ ਗੁਰੂ ਦੇ ਬਚਨ, ਗੁਰੂ ਦੇ ਸ਼ਬਦ ਦੀ ਕਮਾਈ ਕਰੀਏ ਤਾਂ ਕਿ ਸਾਡਾ ਲੋਕ ਸੁਖੀਆ ਹੋ ਜਾਏ ਤੇ ਪਰਲੋਕ ਸਹਿਲਾ ਹੋ ਜਾਏ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰੇ ਹੀ ਨੌਜਵਾਨ ਟਰੱਕ ਡਰਾਈਵਰ, ਇਹਨਾਂ ਸਮੂਹ ਨੌਜਵਾਨਾਂ ਨੇ ਉਦਮ ਉਪਰਾਲਾ ਕੀਤਾ, ਸਤਿਗੁਰੂ ਦੇ ਚਰਨ ਪਰਸੇ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਮੇਰੇ ਇਲਾਕੇ ਦੇ ਸਰਦਾਰ ਬਲਵੰਤ ਸਿੰਘ ਜੀ, ਸਰਪੰਚ ਸਾਹਿਬਾਨ, ਉਹਨਾਂ ਦੀ ਇਹ ਸਾਰੀ ਟੀਮ ਕਹਿ ਲਓ, ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਦੀ ਸਮੇਂ-ਸਮੇਂ ਤੇ ਮਦਦ ਕਰਦੇ ਆ, ਇਹਨਾਂ ਨੂੰ ਇਸ ਬੰਨੇ ਤੋਰਦੇ ਆ। ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਨੌਜਵਾਨ ਤੁਰੇ ਰਹਿਣ, ਆਪਣੀ ਬਾਹਰੀ ਤੌਰ ਤੇ ਕਮਾਈ ਕਰਦਿਆਂ ਗੁਰੂ ਘਰ ਦੇ ਨਾਲ ਵੀ ਜੁੜ ਕੇ ਸੇਵਾ ਸਿਮਰਨ ਦੀ ਦਾਤ ਵੀ ਸਤਿਗੁਰੂ ਇਹਨਾਂ ਨੂੰ ਸਭ ਨੂੰ ਬਖਸ਼ਿਸ਼ ਕਰੇ। ਇਹਨਾਂ ਦੇ ਜਿਹੜੇ ਕਾਰਜ ਨੇ ਉਹ ਵੀ ਸਤਿਗੁਰੂ ਇਹਨਾਂ ਦੇ ਰਾਸ ਕਰਨ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਦਾ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।